ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਵੀ ਮੇਰੇ ਨੂੰ ਲੇਟ ਹੀ ਆਉਂਦੀ ਹੈ ਇੱਕ ਨਹੀਂ ਸੰਗਤ ਆਈ ਜਾਂਦੀ ਹੈ ਵਿਚਾਰੀ। You are late all the time. Like you should start like because I have to work and then like you're late 10 minutes late. ਯੈਸ ਮੈਂ ਚਾਹੁੰਦਾ ਕਿ ਸੰਗਤ ਪਹਿਲਾਂ ਫਤਿਹ ਫਤਿਹ ਬੁਲਾ ਲੇ, ਲਾਸਟ 2 ਮਿੰਟ ਤੇ ਮੈਂ ਐਂਟਰੀ ਕਰਾਂ ਕਿਉਂਕਿ ਫਿਰ ਫਤਿਹ ਨਾ ਡਿਸਟਰਬ ਹੋ ਜਾਂਦੀ ਹੈ। ਮੈਂ ਨਹੀਂ ਕਹਿੰਦਾ ਮਨਵਿੰਦਰ ਜੀ ਮੈਨੂੰ ਵੀ ਫਤਿਹ ਬੁਲਾਈ ਜਾਵੇ। ਉਹ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਓਕੇ ਪੁਆਇੰਟ ਨੋਟਡ ਮਿਰਜ਼ਾ ਸਾਹਿਬ। ਓਕੇ ਕੈਰੀ ਔਨ ਜੀ, ਕਥਾ ਸ਼ੁਰੂ ਕਰੀਏ। ਹਾਂਜੀ ਵੀਰ ਜੀ, ਇਹ 1369 ਅੰਗ ਤੋਂ ਆਪਾਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਕਬੀਰ ਜੀ ਦੇ ਸ਼ਲੋਕ ਜਿਹੜੇ ਹੈਗੇ ਉਹ 90ਵਾਂ 90th ਸ਼ਲੋਕ ਆਪਾਂ ਲੈ ਰਹੇ ਹਾਂ। ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ। ਆਪਾਂ ਜਿਹੜੇ ਆਏ ਆ ਇਹ ਬਨ ਸੰਸਾਰ ਬਨ ਦੇ ਵਿੱਚ ਆਪਾਂ ਲੱਕੜੀ ਹੈਗੇ ਭਾਈ। ਆਪਾਂ ਆ ਸਰੀਰ ਜਿਹੜਾ ਲੈ ਕੇ ਆਏ ਇੰਨਾ ਸੋਹਣਾ ਸਰੀਰ ਨਜ਼ਰ ਆ ਰਿਹਾ ਆਪਾਂ ਨੂੰ, ਇਹ ਲੱਕੜੀ ਹੈਗੀ ਆ। ਵੀਰ ਜੀ ਗੋਤੀ ਵੀਰ ਜੀ। ਹਾਂਜੀ ਬੋਲੋ। ਹਾਂਜੀ ਗੋਤੀ ਵੀਰ ਜੀ ਦਾਸ ਬਾਬਾ ਜੀ ਅੱਜ ਕਰਾਉਣੀ ਸੀ ਛੋਟੀ ਵੱਡੀ ਨੌਂ ਦੀ ਆਪਣੀ ਦੀ, ਉਹ ਠੀਕ ਨਹੀਂ ਹੈ। ਅੱਛਾ ਜੀ, ਉਹ ਨਾ ਕੋਈ ਨਹੀਂ ਕਰ ਦਾਂਗੇ ਜੀ। ਇਹ ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ। ਆਪਾਂ ਸਾਰੇ ਜਿਹੜੇ ਹੈਗੇ ਦੁਨੀਆ ਦੇ ਵਿੱਚ ਆਏ ਆ, ਆਪਾਂ ਸਾਰੇ ਲੱਕੜੀਆਂ ਹੈਗੇ ਭਾਈ, ਲੱਕੜੀਆਂ ਬਿਲਕੁਲ ਲੱਕੜੀ ਵਾਂਗੂ ਸੜ ਜਾਣਾ ਹੈ ਆਪਾਂ ਨੇ। ਤੇ ਪੁਕਾਰ ਕਰ ਲਾਂਗੇ, ਬਨ ਦੇ ਵਿੱਚ ਹੈਗੇ ਆ ਹਾਲੇ, ਜਿੱਥੇ ਵੀ ਜਿੰਨੇ ਵੀ ਸੜੇ ਆ, ਜੇ ਹਾਲੇ ਵੀ ਜਿਹੜਾ ਹੈਗਾ ਪੁਕਾਰ ਕਰ ਲਾਂਗੇ ਤੇ ਗਾਹਾਂ ਸੜਨੋਂ ਬਚ ਜਾਵਾਂਗੇ ਭਾਈ। ਜੇ ਪੁਕਾਰ ਕਰ ਲਾਂਗੇ ਤੇ ਜੇ ਮਾਲਕ ਫਿਰ ਜਿਹੜਾ ਹੈਗਾ ਸੁਣੇਗਾ ਪੁਕਾਰ ਤੇ ਦੇ ਦੇਗਾ ਬ੍ਰਹਮ ਗਿਆਨ। ਜੇ ਆਪਾਂ ਨਹੀਂ ਸੜਨਾ ਚਾਹੁੰਦੇ ਤਾਂ ਦਿਲੋਂ ਅੰਦਰੋਂ, ਨਹੀਂ ਤਾਂ ਭਾਈ ਉਹ ਲੋਹਾਰ ਨੇ ਤਾਂ ਫਿਰ ਜਿਹੜਾ ਹੈਗਾ ਲੋਹਾਰ ਦੇ ਵੱਸ 'ਚ ਤਾਂ ਪੈਣਾ ਹੀ ਪੈਣਾ ਆ। ਉਹਨੇ ਤਾਂ ਫਿਰ ਸਾੜਨੋਂ ਤਾਂ ਹਟਣਾ ਨਹੀਂ ਹੈ। ਉਹਨੇ ਫਿਰ ਜਿਹੜਾ ਹੈਗਾ ਬਣਾ ਦੇਣਾ ਹੈ ਆਪਾਂ ਨੂੰ ਲੱਕੜੀ, ਫਿਰ ਸਾੜਨਾ ਹੈ ਆਪਾਂ ਨੇ। ਫਿਰ ਪਤਾ ਨਹੀਂ ਕਿੰਨੇ ਕੁ ਜਨਮ ਜਿਹੜੇ ਹੈਗੇ ਉਹ ਜੂਨਾਂ ਦੇ ਵਿੱਚ ਜਾਵਾਂਗੇ ਤੇ ਵਾਪਸ ਫਿਰ ਆਪਾਂ ਨੂੰ ਚਾਂਸ ਆਏਗਾ ਭਾਈ। ਇਹ ਦੂਸਰਾ ਜਿਹੜਾ ਸੈਕੰਡ ਟਾਈਮ ਪਤਾ ਨਹੀਂ ਕਿੰਨੇ ਕੁ ਚਾਂਸ ਆਪਾਂ ਲੈ ਚੁੱਕੇ ਹਾਂ। ਦੁਬਾਰਾ ਚਾਂਸ ਜਿਹੜਾ ਹੈਗਾ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਬਾਰੀ। ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ। ਫਿਰ ਪਛਤਾਉਣ ਦੇ ਨਾਲ ਨਹੀਂ ਕੁਛ ਹੋਣਾ ਭਾਈ। ਜੇ ਹੁਣ ਦੀ ਹਾਲ ਦੀ ਘੜੀ ਜਿਹੜਾ ਹੈਗਾ ਜੇ ਆਪਣੇ ਅੰਦਰ ਕੋਈ ਹੈਗੀ ਆ, ਜੇ ਸਵਾਸ ਬਾਕੀ ਹੈਗੇ ਤੇ ਆਪਾਂ ਜਿਹੜੇ ਹੈਗੇ ਪੁਕਾਰ ਕਰ ਸਕਦੇ ਹਾਂ ਔਰ ਬਚ ਸਕਦੇ ਹਾਂ ਭਾਈ। ਜੇ ਕਿਸੇ ਦੇ ਅੰਦਰ ਲੱਗ ਰਿਹਾ ਬਈ ਮੈਂ ਲੋਹਾਰ ਦੇ ਵੱਸ ਨਾ ਪਵਾਂ, ਫਿਰ ਨਾ ਜਿਹੜਾ ਹੈਗਾ ਮੈਨੂੰ ਜੂਨਾਂ ਦੇ ਵਿੱਚ ਕਠਿਨ ਜੂਨਾਂ ਦੇ ਵਿੱਚ ਜਿਹੜਾ ਹੈਗਾ ਪੈਣਾ ਪਵੇ। ਤੇ ਕਬੀਰ ਜੀ ਦੀ ਗੱਲ ਆਪਾਂ ਮੰਨ ਲਈਏ। ਕਬੀਰ ਬਨ ਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ। ਮਤ ਬਸ ਪਰੋਂ ਲੋਹਾਰ ਕੇ ਜਾ ਰਹੇ ਦੂਜੀ ਵਾਰ। ਕਹਿੰਦੇ ਮੈਨੂੰ ਨਹੀਂ, ਮੈਂ ਨਹੀਂ ਲੋਹਾਰ ਦੇ ਵੱਸ ਪੈਣਾ ਭਾਈ। ਉਹਨੇ ਫਿਰ ਸਾੜਨ ਮੈਨੂੰ ਦੂਜੀ ਵਾਰ ਫਿਰ ਜਿਹੜਾ ਹੈਗਾ ਜੂਨਾਂ 'ਚ ਪਾ ਦੇਣਾ ਹੈ ਭਾਈ। ਹਾਂਜੀ ਵੀਰ ਜੀ। ਠੀਕ ਹੈ ਨਿੱਜਰ ਸਾਹਿਬ। ਕਹਿੰਦੇ ਕਬੀਰ ਬਨ ਕੀ ਦਾਦੀ ਲਾਕੜੀ ਠਾਡੀ ਕਰੇ ਪੁਕਾਰ। ਜੰਗਲ ਕੋਲਾ ਬਣੀ ਹੋਈ ਲੱਕੜੀ ਵੀ ਭਾਵ ਦੇ ਤੌਰ ਤੇ ਪੁਕਾਰ ਕਰਦੀ ਹੈ। ਆਪਾਂ ਲੱਕੜੀਆਂ ਹੀ ਹੈਗੇ ਗੋਰਖੀ ਸਾਹਿਬ। ਠੀਕ ਹੈ। ਮਤ ਬਸ ਪਰ ਉਹ ਲੋਹਾਰ ਕੇ ਜਾ ਰਹੇ ਦੂਜੀ ਵਾਰ।
ਅੱਛਾ, ਜੇ ਮੈਂ ਲੋਹਾਰ ਕੋ ਚੱਲ ਜਾਵਾਂਗੀ ਤੇ ਫਿਰ ਕੀ ਕਹਿੰਦੇ ਉਹ ਦੂਸਰੀ ਵਾਰੀ ਵੀ ਸਾੜ ਦੇਗਾ? ਉਹ ਤਾਂ ਫਿਰ ਕੋਲੇ ਉਹਨੂੰ ਲੋਹਾਰ ਨੂੰ ਤਾਂ ਕੋਲੇ ਚ ਉਹਨੇ ਤਾਂ ਕੋਲੇ ਚ ਕਰ ਦੇਣੇ ਉਹਨੇ, ਕੋਲਿਆਂ ਦੇ ਵਾਂਗੂ ਸਾੜ ਦੇਣਾ ਉਹਨੇ ਜੂਨਾਂ ਦੇ ਵਿੱਚ ਪਾ ਕੇ। ਠੀਕ ਹੈ ਨਿੱਜਾ ਸਾਹਿਬ, ਥੋੜੀ ਸਰਲ ਕਰੋ, ਮੈਂ ਫਿਰ ਥੋੜਾ ਕਥਾ ਵਿਚਾਰ ਕਰਦਾ। ਹਾਂਜੀ, ਉਹ ਕਹਿੰਦੇ, ਕਬੀਰ ਜੀ ਕਹਿੰਦੇ ਆ, ਆਪਾਂ ਲੱਕੜੀਆਂ ਹੈਗੇ ਆ, ਦੁਨੀਆ ਦੇ ਵਿੱਚ ਆਏ ਆ ਭਾਈ, ਇਹ ਚਾਂਸ ਮਿਲਿਆ ਹੈ ਆਪਾਂ ਨੂੰ ਕਿ ਆਪਾਂ ਸੜਨੋਂ ਜਿਹੜੇ ਹੈਗੇ ਬਚ ਜਾਈਏ। ਜਨਮ ਮਰਨ ਦਾ ਗੇੜ ਇਹ ਸਾੜਾ ਜਿਹੜਾ ਹੈਗਾ ਬਾਰ-ਬਾਰ ਲੋਹਾਰ ਦੇ ਬਸ ਪੈਣਾ ਔਰ ਬਾਰ-ਬਾਰ ਸੜਨਾ ਔਰ ਜੂਨਾਂ ਦੇ ਵਿੱਚ ਜਾਣਾ। ਤੇ ਫਿਰ ਕਿਤੇ ਰੇਅਰ ਜਿਹੜਾ ਹੈਗਾ ਮਨੁੱਖਾ ਜੂਨ ਲੱਭਦੀ ਆ ਤੇ ਉਹ ਬਚਣ ਵਾਸਤੇ ਫਿਰ ਉਹ ਵੀ ਆਪਾਂ ਜਿਹੜੇ ਸਾੜ ਦਿੰਦੇ ਆ ਆਪਣੀ ਜੂਨ ਨੂੰ। ਫਿਰ ਕਹਿੰਦੇ ਆ ਕਿ ਬਈ ਉਹ ਪੁਕਾਰ ਕਰ ਰਹੀ ਹੈ, ਜੀਵ ਇਸਤਰੀ ਪੁਕਾਰ ਕਰ ਰਹੀ ਹੈ, ਮਾਲਕ ਪਰਮਾਤਮਾ ਦੇ ਅੱਗੇ ਪੁਕਾਰ ਕਰ ਰਹੀ ਹੈ। ਕਬੀਰ ਜੀ ਕਹਿੰਦੇ ਪੁਕਾਰ ਕਰ ਲੋ ਭਾਈ, ਮਤ ਬਸ ਪਰੋਂ ਲੋਹਾਰ ਕੇ ਜਾ ਰਹੇ ਦੂਜੀ ਵਾਰ। ਮੈਂ ਲੋਹਾਰ ਦੇ ਵਸ ਨਾ ਕਿਤੇ ਪੈ ਜਾਵਾਂ। ਮੈਂ ਇਸ ਜਨਮ ਦੇ ਵਿੱਚ ਹੀ ਜਿਹੜਾ ਹੈਗਾ ਆ ਜਿਹੜਾ ਮੈਨੂੰ ਜਨਮ ਮਿਲਿਆ ਹੈ, ਆਹ ਜਨਮ ਜਿਹੜਾ ਹੈ ਐਸੇ ਸਾੜੇ ਦੇ ਵਿੱਚ ਜਿਹੜਾ ਹੈਗਾ ਅੱਗੇ ਸੜਨੋਂ ਬਚ ਜਾਵਾਂ ਮੈਂ, ਕਿਉਂਕਿ ਸੜਨਾ ਤਾਂ ਹੈ ਹੀ, ਸਰੀਰ ਨੇ ਤਾਂ ਸੜਨਾ ਹੀ ਹੈਗਾ। ਪਰ ਜਿਹੜਾ ਹੈਗਾ ਇਹ ਆਪਣੇ ਕੋਲ ਚਾਂਸ ਮਿਲਿਆ ਹੋਇਆ ਆ ਕਿ ਆਪਾਂ ਇਹ ਜਿਹੜਾ ਹੈਗਾ ਇਹ ਬਾਰ-ਬਾਰ ਸੜਨ ਜਲਨ ਜਿਹੜਾ ਹੈਗਾ ਇਹਦਾ ਇਸ ਚੋਂ ਨਿਕਲ ਸਕਦੇ ਹਾਂ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਕਬੀਰ ਸਾਹਿਬ ਦੇ ਸਮਝਾ ਰਹੇ ਨੇ ਕਿ ਜਿੱਦਾਂ ਕੋਈ ਜੀਵਨ ਦਾ ਮਕਸਦ ਹੈ ਆਪਣੇ ਦਾ, ਹਨਾ? ਹਾਂ, ਮਕਸਦ ਤੇ ਉਹੀ ਹੈ ਕਿ ਆਪਣੇ ਰਾਮ ਪ੍ਰਕਾਸ਼ ਜੀ ਕਥਾ ਚੱਲਦੀ ਹੁੰਦੀ ਹੈ ਨਾ, ਤੁਸੀਂ ਜੁੜ ਜਾਇਆ ਕਰੋ ਬਸ। ਲੇਟ ਹੋ ਗਏ, ਠੀਕ ਹੈ। ਅੱਛਾ, ਕੋਈ ਹਾਂਜੀ। ਇਹ ਕਹਿੰਦੇ ਨੇ ਕਿ ਆਪਣੇ ਜੀਵਨ ਦਾ ਮਕਸਦ ਜਿਹੜਾ ਹੈ ਨਾ, ਤੁਸੀਂ ਏਦਾਂ ਦਾ ਨਾ ਇਹ ਨਾ ਧਾਰੋ ਕਿ ਤੁਹਾਨੂੰ ਫਿਰ ਕੋਈ ਮੁਸ਼ਕਲ ਹੋਵੇ। ਮਤਲਬ ਇੱਕ ਲੋਹਾਰ ਦੇ ਦੇਖੋ ਲੱਕੜ, ਜਿੱਦਾਂ ਕਹਿਣ ਤੋਂ ਭਾਵ ਹੈ ਇੱਕ ਲੱਕੜ ਉਹਦਾ ਕੋੜਾ ਬਣਾਤਾ, ਉਹ ਇੱਕ ਕਾਈਂਡ ਆਫ ਕਿਰਿਆ ਵਾ, ਬਾਰ-ਬਾਰ ਹੋਵੇਗੀ, ਫਿਰ ਉਹ ਕੋਲਾ ਬਣੇਗੀ, ਫਿਰ ਲੱਕੜ ਬਣੇਗੀ, ਫਿਰ ਕੋਲਾ ਬਣੇਗੀ, ਫਿਰ ਲੱਕੜ ਬਣੇਗੀ। ਕਹਿਣ ਤੋਂ ਭਾਵ ਇਹ ਜਿਹੜਾ ਸਿਸਟਮ ਆ ਆਪਾਂ ਉਹਨੂੰ ਸਟਾਪ ਕਰਨਾ। ਬਸ ਬਿਲਕੁਲ ਇਸ ਲਈ ਇਸ ਚੀਜ਼ ਨੂੰ ਆਪਾਂ ਰੋਕਣਾ ਹੈ। ਇਹਨੂੰ ਰੋਕਣ ਦੇ ਲਈ ਆਪਾਂ ਨੂੰ ਕੁਝ ਕਰਨਾ ਪਊਗਾ, ਔਰ ਇਸ ਨੂੰ ਰੋਕਣ ਦੇ ਲਈ ਕੋਈ ਸੌਖਾ ਜਿਹਾ ਤਰੀਕਾ ਹੈ, ਕੋਈ ਔਖਾ ਕੰਮ ਨਹੀਂ ਆ। ਤੁਸੀਂ ਆਪਣੇ ਆਪ ਨੂੰ ਜਾਣ ਲਓ, ਆਪਣੇ ਰੂਪ ਨੂੰ ਜਾਣ ਲਓ। ਦੇਖੋ ਇਹਦੇ ਚ ਦੋ ਰਾਇ ਨਹੀਂ ਹੈਗੀਆਂ। ਜਿਹੜਾ ਅਨੁਭਵ ਕਰਦਾ ਹੈ, ਜਿਹਦਾ ਅਨੁਭਵ ਹੋਣਾ ਹੈ, ਦੋ ਨਹੀਂ ਹੋ। ਇਹ ਕਿਹਾ ਜਿੱਦਾਂ ਕਿ ਅਸੀਂ ਕਰਦੇ ਹੁੰਦੇ ਜੋ ਵੀ ਓਹੋ ਕੋਈ ਨਹੀਂ ਇਹ ਵੀ ਪੂਰਾ ਗਿਆਨ ਦੇ ਰਿਹਾ। ਜਿੱਦਾਂ ਅਸੀਂ ਕੀ ਕਰਦੇ ਹੁੰਦੇ ਜੋ ਵੀ, ਠੀਕ ਹੈ ਜੀ। ਇੱਥੇ ਆਪਣਾ ਮਕਸਦ ਇਹੋ ਹੀ ਆ ਕਿ ਆਪਾਂ ਕੋਈ ਆਪਣੇ ਆਤਮ ਤੱਤ ਦੇ ਪ੍ਰਾਪਤ ਕਰਨ ਦੇ ਲਈ ਉਹਨੂੰ ਗਤੀ ਕਰਨੀ ਆਪਾਂ, ਹਨਾ? ਔਰ ਗਤੀ ਕਰਨ ਦਾ ਤਰੀਕਾ ਤੇ ਇੱਕੋ ਹੀ ਹੈ, ਧਿਆਨ ਸਿਮਰਨ। ਦੇਖੋ ਇਸ ਮਰਨ ਜੰਮਣ ਤੋਂ ਮੁਕਤ ਹੋਣ ਦਾ ਤਰੀਕਾ ਕੀ ਹੈ? ਭਗਤੀ। ਬਿਲਕੁਲ ਸਹੀ ਗੱਲ ਹੈ, ਭਗਤੀ ਕਰਨੀ। ਤੁਹਾਡੀ ਭਗਤੀ ਉਹਨਾਂ ਚਿਰ ਹੋਣੀ ਨਹੀਂ ਜਿੰਨਾ ਚਿਰ ਤੁਹਾਡਾ ਧਿਆਨ ਇਕਾਗਰ ਨਹੀਂ ਹੁੰਦਾ। ਨਿਜਾ ਸਾਹਿਬ ਇਹ ਵੀ ਜੇ ਇੱਕ ਪ੍ਰੋਬਲਮ। ਇੱਕ ਹੋਰ ਚੀਜ਼ ਹੈ ਗੋਰਕੀ ਸਾਹਿਬ, ਭਗਤੀ ਜਿਹੜੀ ਹੈਗੀ ਕਰਨ ਦੇ ਵਾਸਤੇ ਪਹਿਲਾਂ ਆਪਣੀ ਆਪਸ਼ਨ ਚਾਹੀਦੀ ਆ, ਹੱਥ ਖੜਾ ਹੋਣਾ ਚਾਹੀਦਾ, ਪੁਕਾਰ ਚਾਹੀਦੀ ਆ। ਹਾਂ, ਭਗਤੀ ਤੇ ਨਿਜਾ ਸਾਹਿਬ, ਹਾਂ ਭਗਤੀ ਵੀ ਇੱਕ ਹੈਗੀ ਆ। ਕਹਿਣ ਤੋਂ ਭਾਵ ਹੁਣ ਤੁਸੀਂ ਕਲਾਸ 'ਚ ਜਾਓਗੇ, ਉੱਥੇ ਤੁਸੀਂ ਪੜ੍ਹਾਈ ਕਰਨੀ। ਹੁਣ ਪੜ੍ਹਾਈ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਲੈਕਚਰ ਤੇ ਸੁਣੋ ਧਿਆਨ ਨਾਲ। ਬਿਲਕੁਲ, ਲੈਕਚਰ ਸੁਣੋ ਧਿਆਨ ਨਾਲ, ਬਿਲਕੁਲ। ਤੇ ਜੇ ਤੁਹਾਡਾ ਧਿਆਨ ਕਿਤੇ ਉੱਥੇ ਬਾਹਰ ਖੇਡਾਂ 'ਚ ਲੱਗਾ ਹੈ, ਕਿਤੇ ਹੋਰ ਆਪਣਾ ਧਿਆਨ ਭਟਕ ਰਿਹਾ ਹੈ, ਤੇ ਨਿਜਾ ਸਾਹਿਬ ਭਾਵੇਂ ਲੈਕਚਰਰ ਉੱਥੇ ਲੈਕਚਰ ਦੇ ਰਿਹਾ, ਸਾਡੇ ਪੱਲੇ ਕੁਝ ਨਹੀਂ ਚ ਪੈਣਾ। ਨਹੀਂ, ਬਿਲਕੁਲ ਸਹੀ ਹੈ। ਹੁਣ ਬ੍ਰਹਮ ਦਾ ਟਿਊਨਿੰਗ ਕੀ ਹੈ? ਬ੍ਰਹਮ ਗਿਆਨ ਕੀ ਹੈ? ਬ੍ਰਹਮ ਦਾ ਗਿਆਨ ਮਤਲਬ ਆਤਮਾ ਦਾ ਗਿਆਨ। ਹੁਣ ਆਤਮਾ ਦਾ ਗਿਆਨ ਜਿਹੜਾ ਤੁਹਾਨੂੰ ਮਿਲਣਾ ਤੇ ਉਹਦੇ ਲਈ ਸਾਡੇ ਅੰਤਰਾਕਰਨ ਦੀ ਸੈਟਿੰਗ ਬੜੀ ਜ਼ਰੂਰੀ ਹੈ। ਜਦ ਤੱਕ ਤੁਹਾਡੀ ਸੈਟਿੰਗ ਨਹੀਂ ਹੈ, ਤੁਸੀਂ ਚੈਨਲ ਕੈਚ ਨਹੀਂ ਕਰਨਾ। ਔਰ ਚੈਨਲ ਨੂੰ ਸੈੱਟ ਕਰਨ ਦਾ ਤਰੀਕਾ ਇੱਕੋ ਹੀ ਹੈਗਾ, ਆਪਾਂ ਨੂੰ ਧਿਆਨ ਸਿਮਰਨ ਦੀ ਮਦਦ ਲੈਣੀ ਪੈਣੀ। ਧਿਆਨ ਸਿਮਰਨ ਦੀ ਮਦਦ ਲਵਾਂਗੇ ਜਿਹਦੇ ਨਾਲ ਮਨ ਹੌਲੀ ਹੌਲੀ ਕਰਕੇ ਇਕਾਗਰ ਹੋਏਗਾ। ਵੈਸੇ ਵੀ ਜਦੋਂ ਤੁਸੀਂ ਸ਼ੁਰੂ 'ਚ ਗਏ ਨਾ, ਤੇ ਵਿਚਾਰਾਂ ਦਾ ਬਹੁਤ ਜਿਹੜਾ ਹੈਗਾ ਨਾ, ਵਿਚਾਰ ਮੰਡਲ ਕਾਫੀ ਵੱਡਾ ਤੇ ਪਾਵਰਫੁਲ ਆ। ਉੱਥੋਂ ਇੱਕਦਮ ਤੁਹਾਡੀ ਸੁਰਤੀ ਨਿਕਲਣੀ ਨਹੀਂ, ਉੱਥੇ ਜ਼ੋਰ ਲੱਗਣਾ ਤੁਹਾਡਾ। ਪਰ ਜਦੋਂ ਤੁਸੀਂ ਲਗਾਤਾਰ ਬੰਦਗੀ ਕਰਦੇ ਗਏ, ਜਿੱਦਾਂ ਦੇਖੋ ਹੁਣ ਤੈਰਨਾ ਬੰਦਾ ਸਿੱਖਦਾ ਤੇ ਨਿੱਜਾ ਸਾਹਿਬ 1 ਘੰਟੇ 'ਚ ਨਹੀਂ ਸਿੱਖਿਆ ਜਾਂਦਾ। ਬਿਲਕੁਲ। ਪਰ ਇੱਕ ਵੇਲੇ ਹੁਣ ਕੋਈ ਮੇਰੇ ਅੱਗਾ ਕਵੇ ਕਿ ਬਈ ਮੈਨੂੰ ਤੈਰਨਾ ਸਿਖਾਓ, ਤੇ ਅਗਲਾ ਕਹੂ ਭਾਈ ਆ ਪਾਣੀ ਦੇ ਵਿੱਚ ਆ, ਤੇ ਮੈਂ ਕਹਾਂ ਨਹੀਂ, ਮੈਂ ਪਾਣੀ 'ਚ ਜਾਏ ਬਿਨਾਂ ਹੀ ਸਿੱਖਣਾ ਵਾ, ਤਾਂ ਫਿਰ ਵੀ ਕੰਮ ਗੜਬੜ ਹੈ।
ਹੁਣ ਤੈਰਨ ਦੇ ਬਾਰੇ ਤੁਸੀਂ ਕਿਤਾਬਾਂ ਪੜ੍ਹੀ ਜਾਓ, ਤੇ ਉਹ ਤੈਰਨਾ ਤੇ ਕਿਤਾਬਾਂ ਪੜ੍ਹਨਾ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਹਾਂ ਜ਼ਰੂਰੀ ਹੈਗੀਆਂ ਨੇ, ਤੁਸੀਂ ਉਥੋਂ ਪ੍ਰੋਪਰਲੀ ਨੌਲੇਜ ਲੈ ਸਕਦੇ ਜੋ ਕਿ ਕਿੱਦਾਂ ਆਪਾਂ ਤੈਰਨਾ ਹੈ, ਤੇ ਜਾਣਕਾਰੀ ਕਿੱਦਾਂ ਮਿਲੂਗੀ ਪ੍ਰੋਪਰਲੀ, ਫਿਰ ਉਹ ਇੱਕ ਅਲੱਗ ਗੱਲ ਹੈ। ਪਰ ਕਿਤਾਬਾਂ ਪੜ੍ਹ ਕੇ ਫਿਰ ਮੇਨ ਜਿਹੜਾ ਮਕਸਦ ਹੈ ਉਹ ਤੈਰਨਾ ਸਿੱਖਣਾ ਹੈ। ਤੇ ਕੱਲੀ ਕਿਤਾਬ ਪੜ੍ਹਿਆ ਵੀ ਨਹੀਂ ਸਰਨਾ, ਕਿਉਂਕਿ ਜਦ ਤੱਕ ਤੁਹਾਨੂੰ ਬੇਸਿਕ ਉਹਨੂੰ ਪ੍ਰੈਕਟੀਕਲ ਨਹੀਂ ਆਉਂਦਾ, ਤੇ ਪ੍ਰੈਕਟੀਕਲ ਕਰਨ ਤੋਂ ਪਹਿਲਾਂ ਗਿਆਨ ਵੀ ਜ਼ਰੂਰੀ ਹੈ, ਕਿਉਂਕਿ ਪ੍ਰੋਪਰਲੀ ਜਿਹੜਾ ਤੈਰਨਾ ਸਿੱਖਣਾ ਵਾ ਉਹ ਵੀ ਇੱਕ ਆਰਟ ਆ। ਨੋਰਮਲ ਤੈਰਨਾ ਸਿੱਖਣਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ, ਪਰ ਜੇ ਤੁਸੀਂ ਕੋਈ ਚੈਂਪੀਅਨਸ਼ਿਪ ਜਾਂ ਕੋਈ ਸਟੇਟ ਲੈਵਲ ਤੇ ਖੇਡਣਾ ਚਾਹੁੰਦੇ ਜੋ ਤੈਰਨ ਵਾਲੀ ਗੇਮ ਦੇ ਵਿੱਚ, ਤੇ ਫਿਰ ਤੇ ਭਾਈ ਤੁਹਾਨੂੰ ਚੰਗੇ ਤਰੀਕੇ ਨਾਲ ਸਿੱਖਣਾ ਚਾਹੀਦਾ। ਇਸੇ ਲਈ ਅਧਿਆਤਮਿਕ ਜੀਵਨ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਬੰਦਾ ਕੇਵਲ ਕਿਤਾਬਾਂ ਪੜ੍ਹ ਕੇ ਹੀ ਗੱਲ ਖਤਮ ਕਰ ਦਿੰਦਾ ਹੈ। ਉਹ ਇਹ ਤੁਕ ਪੜ੍ਹਦਾ ਹੀ ਨਹੀਂ ਆ, ਗੱਲੀਆਂ ਅਸੀਂ ਚੰਗੀਆਂ ਤੇ ਆਚਾਰੀ ਬੁਰੀਆਂ, ਕਿਉਂਕਿ ਇਸ ਤੁਕ ਦੇ ਵਿੱਚ ਨਾ ਦੱਸਦਾ ਹੈ ਕਿ ਜਿਹੜਾ ਤੂੰ ਗੱਲੀ ਤੇ ਬਹੁਤ ਚੰਗੀਆਂ ਗੱਲਾਂ ਨੇ, ਤੇਰੇ ਜੀਵਨ ਦੀ ਉਚਾਈ ਬੜੀ ਹੈ, ਤੂੰ ਬਹੁਤ ਉੱਪਰ ਦੀਆਂ ਗੱਲਾਂ ਕਰਦਾ ਹੈ, ਇੱਕਦਮ ਬੰਗਲਾ ਭਗਤ, ਪੂਰਾ ਬ੍ਰਹਮ ਗਿਆਨੀ। ਪਰ ਜਦੋਂ ਸੱਚ ਦੇ ਸਾਹਮਣੇ ਤੇਰਾ ਟਾਕਰਾ ਹੁੰਦਾ ਹੈ ਤੇ ਉਦੋਂ ਤੂੰ ਹੱਥ ਖੜੇ ਕਰ ਦਿੰਦਾ, ਉਦੋਂ ਤੂੰ ਝੂਠ ਤੁਰ ਪੈਂਦਾ, ਉਦੋਂ ਤੇਰਾ ਗਿਆਨ ਉੱਥੇ ਇੰਨਾ ਪਾਵਰਫੁਲ ਕਿਉਂ ਨਹੀਂ ਆ? ਕਿਉਂਕਿ ਤੂੰ ਕੇਵਲ ਪੜ੍ਹਿਆ, ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ। ਪਰ ਜਦੋਂ ਪ੍ਰਾਪਤ ਕਰ ਲਏਗਾ ਫਿਰ ਕਹਿੰਦੇ ਸਿਰ ਦੀਜੀਏ ਤੇ ਕਾਨ ਨਾ ਕੀਜੀਏ। ਮੇਜਰ ਸਾਹਿਬ ਬਿਲਕੁਲ। ਹਾਂਜੀ ਮੇਜਰ ਸਾਹਿਬ, ਅੱਗੇ ਚਲੀਏ। ਅੱਗੇ ਕਬੀਰ ਜੀ ਜਿਹੜੀ ਹੈਗੀ ਬਹੁਤ ਭੇਦ ਦੀ ਗੱਲ ਦੱਸ ਰਹੇ ਭਾਈ। ਕਬੀਰ, ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛਹ ਮੂਏ, ਚਾਰ ਪੁਰਖ ਦੋਏ ਨਾਰ। ਇਹ ਹੁਣ ਜਿਹੜਾ ਹੈਗਾ ਕਬੀਰ ਜੀ ਕਹਿੰਦੇ ਇੱਕ ਮਰਦਾ ਹੈ ਤੇ ਇੱਕ ਦੇ ਨਾਲ ਦੋ ਹੋਰ ਮਰ ਜਾਂਦੇ ਆ, ਜੇ ਦੋ ਹੋਰ ਮਰ ਗਏ ਤੇ ਫਿਰ ਉਹਦੇ ਨਾਲ ਚਾਰ ਹੋਰ ਮਰ ਜਾਂਦੇ ਆ। ਕਹਿੰਦੇ 6 ਟੋਟਲ ਮਰ ਜਾਂਦੇ ਆ ਭਾਈ, ਤੇ 6 ਟੋਟਲ ਜਿਹੜੇ ਇਹਦੇ ਵਿੱਚੋਂ 4 ਤਾਂ ਮੇਲ ਹੈਗੇ ਤੇ 2 ਫੀਮੇਲ ਹੈਗੇ ਆ। ਇੱਕ ਦੇ ਮਰਨ ਦੇ ਨਾਲ ਆਹ ਚੀਜ਼ ਹੋ ਜਾਂਦੀ ਆ। ਇਹ ਇੱਕ ਹੁਣ ਕਿਹੜੀ ਚੀਜ਼ ਹੈਗੀ ਆ? ਇਹ ਜਿਹੜਾ ਨਾ ਹਰੇਕ ਜਿਹੜੇ ਹੈਗੇ ਜਿਨ੍ਹਾਂ ਨੇ ਵੀ ਇਹ ਟੀਕੇ ਕੀਤੇ, ਅਰਥ ਕੀਤੇ, ਉਹ ਆਪਣੇ ਹਿਸਾਬ ਦੇ ਨਾਲ ਕੀਤੇ ਆ। ਤੇ ਇਹ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 5ਵੀਂ ਪਾਤਸ਼ਾਹੀ ਨੇ ਜਿਹੜਾ ਹੈਗਾ ਇਹਦਾ ਭੇਦ ਖੋਲ੍ਹਿਆ ਹੈ। ਉਹ 1358 ਅੰਗ ਦੇ ਉੱਤੇ ਉਹਦੇ ਵਿੱਚ ਸਹਿਸਕ੍ਰਿਤੀ ਸ਼ਲੋਕ ਹੈਗੇ, ਉਹਦੇ ਵਿੱਚ 45ਵਾਂ ਸ਼ਲੋਕ ਹੈਗਾ। ਇਹ ਮੈਂ ਡਿਸਪਲੇ ਵੀ ਕਰ ਦੇਣਾ ਇਹਦੇ ਤੇ। ਉਹ ਹੈਗਾ 1368 ਅੰਗ ਦੇ ਉੱਤੇ, ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ। ਕਹਿੰਦੇ ਹੇ ਅਜਿਤ ਕਹਿੰਦੇ ਜਿਹੜਾ ਨਾ ਜਿੱਤਿਆ ਜਾ ਸਕੇ, ਸੂਰਮਾ ਸੰਗਰਾਮੰ ਸੰਗਰਾਮ ਦਾ। ਇਸ ਸੰਸਾਰ ਦੇ ਵਿੱਚ ਆਪਾਂ ਆਏ ਹਾਂ, ਲੜਾਈ ਦੇ ਵਿੱਚ ਆਏ ਹਾਂ, ਇਹਨੂੰ ਨਹੀਂ ਜਿੱਤਿਆ ਜਾਂਦਾ। ਇਹ ਨਾ ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ, ਪਲੀਜ਼ ਬੰਦ ਕਰ ਦੇਣਾ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ। ਕਹਿੰਦੇ ਬਸ ਬਿਲਕੁਲ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਚੰਗੇ ਜਿਹੜੇ ਹੈਗੇ ਨਾਡੂ ਖਾਂ ਨੂੰ ਵੀ ਮਸਲ ਦਿੰਨਾ ਹੈ ਕੀੜੀ ਵਾਂਗੂ, ਇਹੋ ਜਿਹਾ ਹੈਗਾ ਤੂੰ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ, ਗਣ ਗੰਧਰਵ ਦੇਵ ਮਨੁੱਖਯੰਗ ਪਸ਼ੂ ਪੰਖੀ ਵਿਮੋਹਨਾ। ਤੂੰ ਤਾਂ ਜਿਹੜਾ ਹੈਗਾ ਦੇਵਤਿਆਂ ਦੇ ਜਿਹੜੇ ਹੈਗੇ ਗਣ ਸੇਵਕ, ਗੰਧਰਵ ਗਵਈਏ, ਦੇਵਤੇ, ਮਨੁੱਖ, ਪਸ਼ੂ, ਪੰਖੀ, ਸਾਰਿਆਂ ਨੂੰ ਤੂੰ ਜਿਹੜਾ ਹੈਗਾ ਆਪਣੇ ਜਾਲ 'ਚ ਫਸਾ ਲੈਣਾ, ਆਪਣੇ ਮੋਹ ਦੇ ਵਿੱਚ ਫਸਾ ਲੈਣਾ ਹੈ। ਹਰ ਕਰਨ ਹਾਰ ਨਮਸਕਾਰੰ, ਹਰ ਕਰਨ ਹਾਰੰ ਨਮਸਕਾਰੰ, ਸਰਣ ਨਾਨਕ ਜਗਦੀਸ਼ਰਾ। ਹੇ ਮਾਲਕਾ, ਹੇ ਤੂੰ ਇਹਨੂੰ ਪੈਦਾ ਕਰਨ ਵਾਲਿਆ, ਤੈਨੂੰ ਨਮਸਕਾਰ ਆ। ਤੂੰ ਇੰਨੀ ਤਗੜੀ ਚੀਜ਼ ਦੁਨੀਆ ਦੇ ਵਿੱਚ ਪੈਦਾ ਕੀਤੀ ਹੈ, ਜਿਹੜੀ ਪਸ਼ੂ ਪੰਖੀ ਦੇਵਤੇ ਗੰਧਰਵ ਗਣ ਸਾਰੇ ਮਨੁੱਖ ਸਾਰਿਆਂ ਨੂੰ ਜਿਹੜਾ ਹੈਗਾ ਇਹਨੇ ਜਿੱਤ ਲਿਆ, ਸਾਰਿਆਂ ਨੂੰ ਜਿੱਤ ਲੈਂਦਾ ਹੈ।
ਕਬੀਰ ਜੀ ਕਹਿੰਦੇ ਪਹਿਲਾਂ ਇਹਨੂੰ ਫੜੋ, ਪਹਿਲਾਂ ਇਹਨੂੰ ਫੜੋ, ਬਸ ਸਭ ਤੋਂ ਪਹਿਲਾਂ ਇਹਦੇ ਤੇ ਧਿਆਨ ਦਿਓ, ਵਰਕਆਊਟ ਕਰੋ ਇਹਦੇ ਉੱਤੇ। ਇਹ ਕੌਣ ਹੈਗਾ? ਇਹ ਹੈਗਾ ਮੋਹ। ਮੋਹ ਨੂੰ ਕਹਿੰਦੇ ਪਹਿਲਾਂ ਫੜੋ, ਬਸ ਮੋਹ ਦੇ ਉੱਤੇ ਵਰਕਆਊਟ ਕਰ ਲਓ। ਜੇ ਮੋਹ ਗਿਆ ਤੇ ਸਾਰੀ ਕਾਰਵਾਈ ਹੋ ਜਾਣੀ ਹੈ। ਹੁਣ ਆਪਾਂ ਉਸ ਸ਼ਬਦ ਨੂੰ ਖੋਲੀਏ। ਇਹ ਮੋਹ ਹੈਗਾ ਜਿਹੜਾ ਸੰਗਰਾਮ ਦਾ ਸਭ ਤੋਂ ਤਕੜਾ ਸੂਰਮਾ ਹੈਗਾ। ਹੁਣ ਕਬੀਰ ਜੀ ਦੇ ਉੱਤੇ, ਕਬੀਰ ਜੀ ਦੀ ਗੱਲ ਸੁਣੀਏ। ਕਬੀਰ ਉਹ ਸੀਗਾ 91 ਕਬੀਰ ਇੱਕ ਮਰਨ ਤੇ ਦੋਏ ਮੂਹੇ। ਕਹਿੰਦੇ ਇੱਕ ਮੋਹ ਦੇ ਉੱਤੇ ਵਰਕਆਊਟ ਕਰ ਲਿਆ ਨਾ ਤੂੰ, ਤੇਰਾ ਮੋਹ ਦੇ ਉੱਤੇ ਕਾਬੂ ਆ ਗਿਆ ਤੇ ਦੋ ਚੀਜ਼ਾਂ ਹੋਰ ਖਤਮ ਹੋ ਜਾਣੀਆਂ ਤੇਰੀ, ਆਟੋਮੈਟਿਕਲੀ ਹੋ ਜਾਣਾ, ਬਾਏ ਪ੍ਰੋਡਕਟ ਹੋ ਜਾਣੀਆਂ। ਉਹ ਹੈਗੀਆਂ ਆਸਾ ਤੇ ਮਨਸਾ। ਕਿਉਂਕਿ ਮੋਹ ਦੇ ਨਾਲ ਹੀ ਤੇਰੀ ਜਿਹੜੀ ਹੈਗੀ ਆ ਮਨਸਾ ਹੁੰਦੀ ਹੈ, ਮਨ ਦੇ ਵਿੱਚ ਇੱਛਾ ਹੁੰਦੀ ਹੈ ਪਾਉਣ ਦੀ। ਫਿਰ ਜਿੱਥੇ ਮੋਹ ਹੋ ਗਿਆ, ਤੂੰ ਚਾਹੁੰਦਾ ਇਹ ਚੀਜ਼ ਮੈਨੂੰ ਮਿਲ ਜਾਏ, ਤੇ ਫਿਰ ਆਸ ਹੋ ਜਾਂਦੀ ਹੈ, ਆਸਾ ਆ ਜਾਂਦੀ ਹੈ ਵਿੱਚ, ਲੱਗ ਪਿਆ ਫਿਰ ਉਸ ਦੇ ਵਾਸਤੇ। ਫਿਰ ਕਹਿੰਦੇ ਬਸ ਪਹਿਲੀ ਜੇ ਤੇਰਾ ਮੋਹ ਖਤਮ ਹੋ ਗਿਆ ਤੇ ਤੇਰੀ ਜਿਹੜੀ ਹੈ ਆਸਾ ਤੇ ਮਨਸਾ ਦੋਨੋਂ ਹੀ ਡਾਊਨ। ਇਸ ਤੋਂ ਬਾਅਦ ਇੱਕ ਮਰਨ ਤੇ ਦੋਏ ਮੂਹੇ, ਦੋਏ ਮਰਨ ਤੇ ਚਾਰ। ਤੇ ਇੱਕ ਮੋਹ ਖਤਮ ਹੋ ਗਿਆ ਤੇ ਆਸਾ ਮਨਸਾ ਖਤਮ ਹੋ ਗਈ, ਤੇ ਫਿਰ ਕਾਮ, ਕ੍ਰੋਧ, ਲੋਭ ਤੇ ਹੰਕਾਰ ਜਿਹੜਾ ਹੈ ਕਾਹਦੇ ਤੇ ਕਰੇਗਾ? ਫਿਰ ਕਾਹਦਾ ਕਾਮ ਹੈ? ਜਦ ਤੇਰੀ ਆਸ ਹੀ ਨਹੀਂ, ਕਾਮਨਾ ਹੀ ਨਹੀਂ, ਮੋਹ ਹੀ ਨਹੀਂ ਹੈਗਾ ਤੇਰੇ ਨਾਲ, ਫਿਰ ਕ੍ਰੋਧ ਕਾਹਦੇ ਤੇ ਆਊਗਾ? ਜੇ ਤੇਰੀ ਆਸ ਪੂਰੀ ਨਹੀਂ ਹੋਈ ਤੇ ਕ੍ਰੋਧ ਹੋ ਜਾਂਦਾ ਇਨਸਾਨ ਨੂੰ। ਜਿਹਦੇ ਨਾਲ ਮੋਹ ਹੈਗਾ, ਜਿਹਦੇ ਨਾਲ, ਜੇ ਉਹ ਨਾ ਮਿਲੇ ਤੇ ਕ੍ਰੋਧ ਆਊਗਾ। ਕਬੀਰ ਇੱਕ ਮਰਨ ਤੇ ਦੋਏ ਮੂਹੇ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਹੇ, ਚਾਰ ਪੁਰਖ ਦੋਏ ਨਾਰ। ਇਹ ਚਾਰ ਮਰ ਗਏ ਭਾਈ ਤੇ 6 ਹੋ ਗਏ ਟੋਟਲ। ਇਹ 6 ਇੱਕ ਮੋਹ ਦੇ ਮਰਨ ਦੇ ਨਾਲ ਜਿਹੜਾ ਹੈਗਾ, ਇਹ ਚਾਰ ਜਿਹੜੇ ਹੈਗੇ ਆ ਪੁਰਖ ਤੇ 2 ਨਾਰ। ਆਸਾ ਮਨਸਾ ਇਹ ਨਾਰ ਇਸਤਰੀਲਿੰਗ ਹੈਗੀਆਂ, ਤੇ ਜਿਹੜੇ ਹੈਗੇ ਇਹ ਕਾਮ, ਕ੍ਰੋਧ, ਲੋਭ ਤੇ ਹੰਕਾਰ ਇਹ ਪੁੱਲਿੰਗ ਹੈਗੇ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਉਹ ਕਹਿੰਦੇ ਕਬੀਰ ਇੱਕ ਮਰਨ ਤੇ ਦੋਏ ਮੋਏ, ਦੋਏ ਮਰਨ ਤੇ ਚਾਰ। ਹਾਂ, ਤੇ ਫਿਰ ਉਹ ਕਹਿੰਦੇ ਆ ਕਿ ਵੈਸੇ ਨਿਜਰ ਸਾਹਿਬ ਇੱਕ ਤੁਕ ਤੁਹਾਨੂੰ ਆਉਂਦੀ ਹੋਣੀ ਆ, ਮਾਇਆ ਮੋਹਣੀ। ਹਾਂ, ਮਾਇਆ ਮਮਤਾ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੇ ਸੱਚ ਨਾਮੇ ਚਿੱਤ ਲਾਇਆ, ਬਿਨ ਨਾਮੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਸ ਤਰ੍ਹਾਂ ਦੀ ਹੈਗੀ। ਠੀਕ ਹੈ ਜੀ, ਵੇਖ ਲਓ ਮਾਇਆ ਮੋਹਣੀ ਹੈ ਨਾ, ਮੋਹ। ਇਹ ਮੋਹ, ਮਾਇਆ ਮੋਹਣੀ, ਉਹ ਕਿਹਦੇ ਨਾਲ ਜਗ ਨੂੰ ਖਾਂਦੀ ਆ? ਮੋਹ ਦੇ ਨਾਲ। ਮੋਹ ਪਤਾ ਹੈ ਨਾ ਕਿੱਡਾ ਖਤਰਨਾਕ ਹੈ ਤੁਹਾਨੂੰ। ਜਦੋਂ ਤੁਸੀਂ ਮੋਹ 'ਚ ਚਲ ਜਾਂਦੇ ਜੋ, ਗੁਰੂ ਨਾਨਕ ਪਾਤਸ਼ਾਹ ਤੇ ਕੋਈ ਮੋਹ ਦਾ ਅਸਰ ਨਹੀਂ ਹੋਇਆ, ਬੱਚੇ ਹੀ ਆਪਣੇ ਨਾਲੇ। ਸਾਡੇ 'ਚ ਹੈਗਾ ਕੋਈ ਏਦਾਂ ਦਾ ਮਾਈ ਦਾ ਲਾਲ, ਏਡਾ ਵੱਡਾ ਡੇਰਾ ਚਲਾ ਕੇ ਤੇ ਮੁੜ ਕੇ ਕਹੀਏ ਕਿ ਕਿਸੇ ਗੁਆਂਢੀ ਨੂੰ ਪਾ ਦਈਏ? ਸਹੀ ਗੱਲ ਆ। ਮੈਂ ਤੇ ਗੱਲ ਕਰਦਾ ਪ੍ਰੈਕਟੀਕਲ। ਆਪਾਂ ਨੇ ਤਾਂ ਕਹਿਣਾ ਹੈ ਸਾਡਾ ਜਿਹੜਾ ਹੈਗਾ ਬਰਖੁਰਦਾਰ ਜਿਹੜਾ ਹੈਗਾ ਉਹ ਬੈਠੇ, ਤੇ ਉੱਥੇ ਮੇਰੇ ਵਰਗੇ ਦਾ ਟਰਸਟ ਹੋਏ, ਇੱਥੇ ਤੁਹਾਡਾ ਟਰਸਟ। ਤੇ ਮੁੜ ਕੇ ਮੈਂ ਕਹਿੰਦਾ ਨਿਜਰ ਸਾਹਿਬ, ਮੈਂ ਆਪਣੇ ਬੱਚਿਆਂ ਨੂੰ ਕਹਾਂ ਤੁਸੀਂ ਨੀ ਬਹਿਣਾ, ਮੈਂ ਕਿਸੇ ਨੂੰ ਹੋਰ ਨੂੰ ਬਣਾਵਾਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਏਦਾਂ ਕੀਤਾ ਜੋ। ਸਹੀ ਆ, ਇੱਥੋਂ ਪਤਾ ਲੱਗਦਾ ਹੈ ਉਹ ਸ਼ਖਸੀਅਤ ਕਿੱਥੇ ਬੈਠੇ ਨੇ। ਉਹ ਵੱਡੀਆਂ ਗੱਲਾਂ ਜੀ ਭਾਜੀ, ਗੱਲਾਂ ਕਹਿ ਰਹੇ ਨੇ ਤੇ ਗੱਲਾਂ ਕਰ ਰਹੇ ਨੇ। ਕਬੀਰ ਸਾਹਿਬ ਵੀ ਏਦਾਂ ਹੀ ਕਰਦੇ ਨੇ। ਬਿਲਕੁਲ। ਤੇ ਗੁਰੂ ਗੋਬਿੰਦ ਸਿੰਘ ਜੀ ਉਹ ਬੱਚੇ ਹੀ ਵਾਰ ਦਿੰਦੇ ਨੇ। ਹਾਂ, ਮਾਂ ਪਿਓ ਸਾਰਾ ਟੱਬਰ ਕਿੱਥੇ ਬੈਠੇ ਨੇ, ਉਹ ਗੱਲਾਂ ਹੀ ਕਰਦੇ। ਲੋਕੀ ਐਵੇਂ ਕਹਿੰਦੇ ਅੰਮ੍ਰਿਤ ਛਕਿਆ ਤੇ ਜੀ ਗੱਲ ਖਤਮ ਹੋ ਗਈ। ਅੰਮ੍ਰਿਤ ਛਕ ਲਿਆ ਤੇ ਪਹਿਲੀ ਕਲਾਸ ਆ, ਫਿਰ ਕੁਰਬਾਨੀ ਦੋ। ਕੁਰਬਾਨੀ ਕਿਹਨੇ ਦੇਣੀ ਹੈ? ਉਹਦੇ ਤੋਂ ਬਾਅਦ ਅਗਲੀ ਕਲਾਸ ਆ ਤੁਹਾਡੀ, ਅਗਲੇ ਬੰਨੇ। ਉੱਥੇ ਤੇ ਸੈਕਰੀਫਾਈਸ ਕਰਨਾ ਪੈਣਾ। ਸੈਕਰੀਫਾਈਸ ਹੈਜ਼ ਟੂ ਬੀ ਮੇਡ।
ਜਦ ਤੱਕ ਸੈਕਰੀਫਾਈਸ ਨਹੀਂ ਹੈ ਤੁਹਾਡੀ, ਫਿਰ ਕਿੱਦਾਂ ਪਤਾ ਲੱਗੂ ਤੁਸੀਂ ਕਿੱਥੇ ਬੈਠੇ ਜੀ? ਸੈਕਰੀਫਾਈਸ 'ਚ ਆਪਾਂ ਭੱਜ ਜਾਣਾ, ਉੱਥੇ ਆਪਾਂ ਭੱਜ ਜਾਣਾ। ਪਰ ਨਹੀਂ, ਤੁਸੀਂ ਭਗਤੀ ਕਰੋਗੇ ਤੁਸੀਂ ਨਹੀਂ ਭੱਜੋਗੇ, ਗਰੰਟੀ। ਯੂ ਵਿਲ ਨੈਵਰ ਸਟੈਪ ਬੈਕ। ਤੁਸੀਂ ਤੀਰ ਵਾਂਗੂ ਅੱਗੇ ਵੱਧਦੇ ਜਾਣਾ। ਕੋਈ ਦੁਨੀਆ ਦੀ ਤਾਕਤ ਨਹੀਂ, ਕੋਈ ਪਾਵਰ ਨਹੀਂ ਤੁਹਾਨੂੰ ਰੋਕਦੇ। ਜਦੋਂ ਬ੍ਰਹਮ ਪ੍ਰਗਟ ਹੁੰਦਾ ਹੈ, ਬਹੁਤ ਜ਼ਬਰਦਸਤ ਪ੍ਰਗਟ ਹੁੰਦਾ ਹੀ ਹੈ। ਔਰ ਉਹ ਪ੍ਰਗਟ ਜਦੋਂ ਹੋਊਗਾ ਤੁਹਾਡੇ ਅੰਦਰ, ਜਦੋਂ ਪ੍ਰਕਾਸ਼ ਦਾ ਦੀਪਕ ਜਗਿਆ, ਤੇ ਫਿਰ ਉਹ ਕਹਿੰਦੇ ਨੇ ਚਿੜੀਆਂ ਤੇ ਬਾਜ ਬਣ ਜਾਂਦਾ ਬੰਦਾ। ਬਹੁਤ ਸ਼ਕਤੀ ਆ ਜਾਂਦੀ ਹੈ। ਇਤਿਹਾਸ ਗਵਾਹ ਵਾ ਇਸ ਚੀਜ਼ ਦਾ। ਠੀਕ ਹੈ ਜੀ। ਦੇਖੋ ਇੱਥੇ ਕਰੋੜਾਂ ਲੋਕ ਆਉਂਦੇ ਨੇ ਧਰਤੀ ਤੇ ਨਾ। ਕੱਲ ਮੈਂ ਪੜ੍ਹਨ ਨੈਟ ਤੇ ਚੈੱਕ ਕੀਤਾ ਤੇ ਕੋਈ 700 ਕੋਈ 50-55 ਕਰੋੜ ਆਬਾਦੀ ਹੈਗੀ ਹੈ। 2000 ਇਹਨਾਂ ਨੇ 20 ਚ ਪਤਾ ਨਹੀਂ 21 ਚ ਇਹਨਾਂ ਨੇ ਚੈੱਕ ਕੀਤੀ। 8 ਹੋ ਗਈ ਹੈ ਹੁਣ 800 ਵੱਧ ਗਈ ਨਹੀਂ 50-60 ਕਰੋੜ। ਪਰ ਹੁਣ ਨਹੀਂ ਵਧਣੀ, ਹੁਣ ਕੰਟਰੋਲ ਚ ਆਏ ਨਹੀਂ ਹੈ ਕਿਉਂਕਿ ਲੋਕਾਂ ਨੇ ਹੁਣ ਕਰੋਨਾ ਆ ਗਿਆ। ਹੁਣ ਕਰੋਨਾ ਨਹੀਂ ਆ ਗਿਆ, ਨੇਜਾ ਸਾਹਿਬ ਉਦਾਂ ਵੀ ਬੰਦੇ ਸਿਆਣੇ ਹੋ ਗਏ ਆ। ਬੱਚੇ ਆਪਾਂ ਅਫੋਰਡ ਨਹੀਂ ਕਰ ਸਕਦੇ। ਉਹਨਾਂ ਬੱਚਿਆਂ ਦੀ ਐਜੂਕੇਸ਼ਨ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ, ਇਸ ਕਰਕੇ ਪੋਪੂਲੇਸ਼ਨ ਨਹੀਂ ਵਧੇਗੀ ਤੇ ਘਟ ਜਾਏਗੀ, ਨਾਰਮਲ ਹੋ ਜਾਏਗੀ। ਅੱਛਾ, ਇੱਥੇ ਇੱਕ ਚੀਜ਼ ਨੂੰ ਸਮਝੋ, 800 ਕਰੋੜ ਲੋਕ ਨੇ ਮੰਨ ਲਓ ਅੰਦਾਜ਼ੇ ਨਾਲ। ਕੀ 800 ਕਰੋੜ ਲੋਕਾਂ ਨੂੰ ਪਤਾ ਹੈ ਜੀਵਨ ਕੀ ਹੈ? ਜੀਵਨ ਨੂੰ ਜੀਣਾ ਕਿੱਦਾਂ? ਨਹੀਂ ਪਤਾ। ਬੰਦਾ ਬੇਹੋਸ਼ ਹੈ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਕੇ ਗਏ ਨੇ, ਜੋ ਜੋ ਦੀਸੇ ਸੋ ਰੋਗੀ। ਕਿਉਂ ਰੋਗੀ ਨੇ? ਵਿਚਾਰਿਆਂ ਨੂੰ ਪਤਾ ਹੀ ਨਹੀਂ ਜੀਵਨ ਕੀ ਹੈ। ਬੇਹੋਸ਼ੀ ਬੰਦਾ ਪੈਦਾ ਹੁੰਦਾ, ਬੇਹੋਸ਼ੀ ਬੰਦਾ ਮਰ ਜਾਂਦਾ। ਅਸਲ 'ਚ ਜਿਹੜਾ ਜੀਵਨ ਆ ਉਹ ਤੁਹਾਡਾ ਜੀਵਨ ਇੱਕ ਵੱਖਰੀ ਕਿਸਮ ਦਾ ਜੀਵਨ ਆ। ਉਹ ਤੇ ਕੋਈ ਪੈਸਾ ਪੂਸਾ ਮਟੀਰੀਅਲ ਇੱਕ ਉਹਨਾਂ ਮਾਇਨੇ ਨਹੀਂ ਰਹਿ ਜਾਂਦਾ। ਵੈਸੇ ਵੀ ਆਤਮਾ ਨੂੰ ਕੁਝ ਨਹੀਂ ਚਾਹੀਦਾ। ਜਦੋਂ ਤੁਸੀਂ ਆਤਮਾ ਤੱਤ 'ਚ ਪ੍ਰਵੇਸ਼ ਕੀਤਾ ਨਾ, ਤੁਸੀਂ ਖੁਦ ਹੀ ਕਹਿਣਾ ਹੈ ਕਿ ਕਤੀ ਰੋਗੀ ਆ। ਹੁਣ ਇਹ ਪਦਾਰਥਾਂ ਵੱਲੋਂ ਕੋਈ ਅਟਰੈਕਸ਼ਨ ਨਹੀਂ ਹੈਗੀ। ਤੁਹਾਨੂੰ ਚੁੰਬਕ ਵਾਂਗੂ ਖਿੱਚਣਗੇ ਨਹੀਂ। ਉਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਏਦਾਂ ਕੰਮ ਕਰ ਰਹੇ ਨੇ। ਮੋਹ 'ਚ ਨਹੀਂ ਆਉਂਦੇ ਕਿਉਂਕਿ ਅੰਦਰੋਂ ਚੁੰਬਕ ਨਹੀਂ ਹੈਗੀ। ਹੁਣ ਮੋਹ ਤੋਂ ਮੁਕਤੇ ਨੇ ਉਹ। ਇੱਥੇ ਮੇਰੇ ਵਰਗਾ ਐਵੇਂ ਬ੍ਰਹਮ ਗਿਆਨੀ ਪਿੱਛੇ ਲਿਖ ਕੇ ਬਹਿ ਜਾਂਦਾ ਹੈ। ਏਦਾਂ ਨਹੀਂ ਬ੍ਰਹਮ ਗਿਆਨੀ ਬਣ ਜਾਈਦਾ। ਔਖਾ ਕੰਮ ਹੈ ਉਹ। ਔਰ ਵੇਖੋ ਉਹਨਾਂ ਦਾ ਲਾਈਫ, ਉਹਨਾਂ ਦਾ ਜੀਵਨ। ਨੇਜਾ ਸਾਹਿਬ ਜਦੋਂ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ, ਉਸ ਤੋਂ ਬਾਅਦ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਇੱਕਦਮ ਸਟੈਪ ਬੈਕ ਕਰ ਗਏ ਨੇ। ਬਿਲਕੁਲ ਜਿਹੜਾ ਹੈਗਾ ਉਹ ਖੇਤੀ ਕਰਨ ਲੱਗ ਪਏ ਆਪਣੇ ਉੱਥੇ। ਖੇਤੀ ਕਰਕੇ ਬਿਲਕੁਲ ਆਊਟ ਆਫ ਦਾ ਗੇਮ। ਬਿਲਕੁਲ ਫਰਕ ਕੀਤੀ ਆ। ਉਸ ਤੋਂ ਬਾਅਦ ਡਿਸਪਲੇ 'ਚ ਨਾਂ ਨਹੀਂ ਹੈਗਾ ਨੇਜਾ ਸਾਹਿਬ ਉਹਨਾਂ ਦਾ। ਕੋਈ ਇਨਵੋਲਵਮੈਂਟ, ਕੋਈ ਹਿਸਟਰੀ ਦੇ ਵਿੱਚ ਕੁਝ ਵੀ ਨਹੀਂ ਕਹਿ ਰਹੀ। ਬਿਲਕੁਲ ਹੀ ਸਟੈਪ ਬੈਕ। ਤੇ ਸਾਡੇ ਵਰਗਾ ਇੱਥੇ ਕੋਈ ਕੰਮ ਖੋਲ ਕੇ ਮੁੜ ਕੇ ਕਵੇ ਕਿ ਇੱਥੋਂ ਮੈਂ ਛੱਡ ਕੇ ਦੂਰ ਤੇ ਹੋ ਜਾ, ਕਿਸੇ ਨੂੰ ਹੋਰ ਦੇ ਜਾ, ਤੇ ਇਹ ਵੀ ਪਤਾ ਲੱਗੂਗਾ। ਠੀਕ ਹੈ ਜੀ। ਇਸ ਕਰਕੇ ਇਹ ਅਧਿਆਤਮਿਕ ਸਫ਼ਰ ਜਿਹੜਾ ਨਾ ਬੜਾ ਇੱਕ ਇਹ ਤੁਹਾਡੇ ਇਮਤਿਹਾਨ ਹੋਣੇ। ਇਮਤਿਹਾਨ ਜਿਹੜੇ ਹੁੰਦੇ ਨੇ ਬੜੇ ਤਗੜੇ ਹੁੰਦੇ। ਔਰ ਉੱਥੇ ਤੁਸੀਂ ਵੇਖੋ ਆਪਣੇ ਆਪ ਨੂੰ, ਵੇਖੋ ਤੁਸੀਂ ਸਵੇਰੇ ਉੱਠਦੇ ਜੋ, ਤੁਸੀਂ ਵੇਖ ਲਓ ਆਪਣੇ ਨਜ਼ਰ ਮਾਰੋ, ਤੁਸੀਂ ਪਾਸ ਹੋ ਰਹੇ ਜੋ, ਫੇਲ ਹੋ ਰਹੇ ਜੋ। ਉਹ ਸਾਡੇ ਲੈਵਲ ਤੇ ਓਡਾ ਵੱਡਾ ਕਿਤੇ ਨਹੀਂ ਕੰਮ ਹੋਣਾ, ਪਰ ਛੋਟੇ ਮੋਟੇ ਤੇ ਵੇਖੋਗੇ, ਨਜ਼ਰ ਮਾਰੋਗੇ ਤਾਂ ਹੀ ਤਾਂ ਪਤਾ ਲੱਗਣਾ। ਕੇਵਲ ਗੱਲਾਂ ਕਰਨ ਦੇ ਨਾਲ ਅਧਿਆਤਮਿਕ ਜੀਵਨ 'ਚ ਕੋਈ ਬੰਦਾ ਅਧਿਆਤਮਿਕ ਨਹੀਂ ਬਣ ਜਾਂਦਾ। ਪ੍ਰੈਕਟੀਕਲੀ ਸਾਨੂੰ ਉਸ ਚੀਜ਼ ਨੂੰ ਪ੍ਰੂਵ ਕਰਨਾ ਪਊਗਾ। ਕਿਉਂਕਿ ਗੱਲਾਂ ਅਸੀਂ ਚੰਗੀਆਂ, ਚਾਰੀ ਬੁਰੀਆਂ, ਫਿਰ ਉਹ ਸਟੇਟਮੈਂਟ ਸਾਡੇ ਤੇ ਆ ਜਾਂਦੀ ਹੈ ਡਾਇਰੈਕਟ। ਪਰ ਜੇਕਰ ਤੁਸੀਂ ਭਗਤੀ ਕਰਦੇ ਜੋ ਤੇ ਤੁਹਾਡੇ ਅੰਦਰ ਬਿਨਾਂ ਕਿਸੇ ਖੌਫ ਦੇ, ਬਿਨਾਂ ਕਿਸੇ ਪ੍ਰੋਬਲਮ ਦੇ ਤੁਸੀਂ ਅੱਗੇ ਵਧੋਗੇ ਔਰ ਸਹੀ ਤਰੀਕੇ ਨਾਲ ਵਧੋਗੇ। ਹਾਂਜੀ ਨਿੱਜਾ ਸਾਹਿਬ। ਹਾਂ, ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਹੈ ਗੁਰਕੀ ਸਾਹਿਬ ਕਿ ਮੇਨ ਚੀਜ਼ ਜਿਹੜੀ ਹੈਗੀ ਆ, ਆਪਾਂ ਨੇ ਵਰਕਆਊਟ ਕਰਨਾ ਆ। ਇਹ ਧਿਆਨ ਸਿਮਰਨ ਭਗਤੀ ਕਰਕੇ ਮੇਨ ਜਿਹੜਾ ਹੈਗਾ ਉਹ ਆਪਣਾ ਹੈਗਾ ਮਨ ਨੂੰ ਜਿਹੜਾ ਹੈਗਾ ਆਪਾਂ ਨੇ ਮਨ ਦੇ ਉੱਤੇ ਕੰਟਰੋਲ ਕਰਨਾ ਹੈ। ਤਾਂ ਇਹ ਸਾਰਾ ਦਾ ਸਾਰਾ ਸੁਖੈਨੀ ਮੋਹ ਵੀ ਚਲੇ ਜਾਏਗਾ ਅਤੇ ਮੋਹ ਦੇ ਬਾਅਦ ਆਸਾ ਮਨਸਾ ਵੀ, ਔਰ ਉਸ ਤੋਂ ਬਾਅਦ ਜਿਹੜੇ ਹੈਗੇ ਕਾਮ ਕ੍ਰੋਧ ਅਤੇ ਲੋਭ ਅਤੇ ਹੰਕਾਰ, ਇਹ ਆਟੋਮੈਟਿਕਲੀ ਜਿਹੜੇ ਹੈਗੇ ਇਹ ਸਾਰੀ ਗੇਮ ਜਿੱਤੀ ਜਾਂਦੀ ਹੈ।
ਨਿੱਜਰ ਸਾਹਿਬ ਵੈਸੇ ਮਨ ਤੇ ਵੀ ਕੰਟਰੋਲ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ। ਸੈਵੀ ਜੀ ਕੀ ਕਰਤਾ ਜੋ ਬੜੇ ਘੋੜੇ ਦੀਆਂ ਆਵਾਜ਼ਾਂ ਆ ਰਹੀਆਂ ਤੁਹਾਡੇ ਨੂੰ। ਨਿੱਜਰ ਸਾਹਿਬ ਹਾਂਜੀ ਹਾਂਜੀ ਜਦੋਂ ਤੁਸੀਂ ਭਗਤੀ ਕੀਤੀ ਨਾ, ਹਾਂਜੀ ਤੁਸੀਂ ਭਗਤੀ ਕਰਦੇ ਜਾਓ, ਆਟੋਮੈਟਿਕਲੀ ਹੀ ਮਨ ਨੇ ਵਿਲੀਨ ਹੋ ਜਾਣਾ। ਮਨ ਨੂੰ ਤੁਸੀਂ ਫੜ ਨਹੀਂ ਸਕਦੇ। ਉਦਾਂ ਮਨ ਬਹੁਤ ਪਾਵਰਫੁਲ ਹੈ। ਮਨ ਨੇ ਜਿੱਦਾਂ ਤੁਹਾਨੂੰ ਦੱਸਿਆ ਨਾ ਕਿ ਜਿੱਦਾਂ ਉਹ ਲੱਕੜ ਨੂੰ ਆਪਾਂ ਅੱਗ ਲਾਉਂਦੇ ਆ ਤੇ ਲੱਕੜ ਦੇ ਡੰਡੇ ਨਾਲ ਉਹਨੂੰ ਲੱਕੜੀਆਂ ਨੂੰ ਤੁੰਨੀ ਜਾਂਦੇ ਆ ਵਿੱਚ ਚੁੱਲ੍ਹੇ ਦੇ, ਤੁਹਾਡੀ ਭਗਤੀ ਦੇ ਨਾਲ ਹੀ ਮਨ ਨੇ ਆਟੋਮੈਟਿਕਲੀ ਆਪਣੇ ਆਪ ਨੂੰ ਸਾੜ ਲੈਣਾ। ਨਸ਼ਟ ਹੋ ਜਾਣਾ ਹੈ ਮਨ ਨਹੀਂ ਰਹਿ ਜਾਣਾ। ਔਰ ਮਨ ਜਦੋਂ ਨਸ਼ਟ ਹੋ ਗਿਆ ਨਾ, ਹੈ ਤੇ ਹੁਣ ਜਿੱਦਾਂ ਰੋਸਟ ਨਹੀਂ ਕਰ ਲਈਦੀ ਕੋਈ ਚੀਜ਼, ਜਿੱਦਾਂ ਬੀਜ ਨੂੰ ਭੁੰਨ ਦਈਦਾ, ਉਸੇ ਤਰ੍ਹਾਂ ਹੀ ਮਨ ਜਿਹੜਾ ਮਨ ਤੇ ਰਹੂਗਾ, ਪਰ ਹੁਣ ਉਹਦੇ ਚੋਂ ਔਗਣ ਨਹੀਂ ਪੈਦਾ ਹੋ ਸਕਦਾ, ਕਿਉਂਕਿ ਉਹਨੇ ਅੰਦਰ ਜਿਹੜੀ ਇੱਕ ਆਸ਼ਾ ਤੇ ਤ੍ਰਿਸ਼ਨਾ ਰੂਪੀ ਜਿਹੜੀ ਸ਼ਕਤੀ ਹੈ ਨਾ, ਉਹ ਨਸ਼ਟ ਹੋ ਗਈ ਹੈ। ਭਗਤੀ ਨੇ ਸਾੜ ਦੇਣੀ ਅੰਦਰ। ਭਗਤੀ ਇੱਕ ਐਸੀ, ਜਦੋਂ ਤੁਹਾਡੇ ਅੰਦਰ ਬ੍ਰਹਮ ਅਗਨ ਪੈਦਾ ਹੋਣੀ ਹੈ ਨਾ, ਦੇਖੋ ਬ੍ਰਹਮ ਅਗਨ ਜਦੋਂ ਜਿੰਨਾ ਚਿਰ ਪੈਦਾ ਨਹੀਂ ਹੋਈ ਉਹਨਾਂ ਚਿਰ ਤੁਸੀਂ ਸਮਾਧੀ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਜਿਹੜਾ ਵੀ ਬੰਦਾ ਨਿਰਵਿਚਾਰ ਹੋ ਰਿਹਾ, ਇਹ ਗੱਲ ਪੱਕੀ ਗਰੰਟੀ ਹੈ ਕਿ ਉਹਦੀ ਬ੍ਰਹਮ ਅਗਨ ਪ੍ਰਗਟ ਹੋ ਗਈ। ਬ੍ਰਹਮ ਅਗਨ ਨੇ ਤੁਹਾਡੇ ਅੰਦਰ ਜਿਹੜਾ ਮਨ ਸੂਖਮ ਮਨ ਹੈ ਨਿੱਜਾ ਸਾਹਿਬ, ਉਹਦੀ ਤ੍ਰਿਪਤੀ ਕਰ ਦੇਣੀ ਹੈ। ਉਹਨੂੰ ਰੋਸਟ ਕਰ ਦੇਣਾ ਹੈ ਪੂਰਾ ਅਗਨ ਨੇ। ਜਿਹੜਾ ਨਾਮ ਪ੍ਰਗਟ ਹੋਣਾ ਹੈ, ਨਾਮ ਹੀ ਤੇ ਅਗਨ ਕਹਿ ਲਓ, ਬ੍ਰਹਮ ਅਗਨ ਕਹਿ ਲਓ, ਪ੍ਰਾਣ ਐਨਰਜੀ ਕਹਿ ਲਓ, ਇਹ ਜਦੋਂ ਪ੍ਰਗਟ ਹੁੰਦੀ ਹੈ ਮਨ ਨੂੰ ਰੋਸਟ ਕਰ ਦਿੰਦੀ ਹੈ। ਮਨ ਦੇ ਅੰਦਰ ਫਿਰ ਕੁਝ ਵੀ ਨਹੀਂ ਪੈਦਾ ਹੁੰਦਾ। ਮਨ ਜਿਹੜਾ ਹੈ ਉਹ ਨਿਸ਼ਕਿਰਿਆ ਹੋ ਜਾਂਦਾ, ਔਰ ਜਦੋਂ ਨਿਸ਼ਕਿਰਿਆ ਹੋ ਜਾਂਦਾ ਤੇ ਫਿਰ ਉਹ ਕਿਸੇ ਚੀਜ਼ ਨੂੰ ਗ੍ਰਹਿਣ ਹੀ ਨਹੀਂ ਕਰਦਾ, ਨਾ ਤਾਂ ਚੰਗਿਆਈ ਨੂੰ ਗ੍ਰਹਿਣ ਕਰਦਾ ਨਾ ਬੁਰਾਈ ਨੂੰ। ਉਦੋਂ ਕੇਵਲ ਆਤਮਾ ਤੱਕ ਹੀ ਰਹਿ ਜਾਂਦਾ ਹੈ, ਆਤਮਾ ਕਰਤਾ ਬਣ ਜਾਂਦੀ ਹੈ। ਜਿੰਨਾ ਚਿਰ ਤੱਕ ਮਨ ਕਰਤਾ ਹੈਗਾ ਨਾ ਨਿੱਜਾ ਸਾਹਿਬ, ਉਹਨਾਂ ਚਿਰ ਤੱਕ ਜਨਮ ਤੇ ਮਰਨਾ ਹੈਗਾ ਵਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਮਨ ਜਿਹੜਾ ਹਉਮੈ 'ਚ ਕੰਮ ਕਰਦਾ ਹੈ, ਚਾਹੇ ਪੁੰਨ ਕਰੋ ਪਾਪ ਕਰੋ, ਦੋਨੋਂ ਹੀ ਹਉਮੈ 'ਚ ਹੈ। ਜਦੋਂ ਫਿਰ ਉਹ ਬਾਣੀ ਕਹਿੰਦੀ ਤਾਂ ਫਿਰ ਕਹਿੰਦੀ ਹੈ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹਾਂ, ਹੁਣ ਪਹਿਲਾਂ ਦੇਖੋ ਇਹਨੂੰ ਆਪ ਨੇ, ਪਹਿਲਾਂ ਦੇਖੋ ਅੰਦਰ ਸੁਣ ਤੇ ਬਾਹਰ ਸੁਣ, ਇੱਕ ਤੁਕ ਹੈਗੀ ਆਪਣੀ ਬਾਣੀ ਦੇ ਵਿੱਚ। ਅੰਤਰ ਸੁਣਨੰ ਬਾਹਰ ਸੁਣਨੰ ਤਿਰਪਵਨ ਸੁਣਨ ਸੁਣਨੰ, ਇਸ ਤਰ੍ਹਾਂ ਦੀ ਤੁਕ ਹੈਗੀ। ਹਾਂ, ਤੇ ਸਭ ਤੋਂ ਪਹਿਲਾਂ ਤੁਸੀਂ ਭਗਤੀ ਦੇ ਨਾਲ ਅੰਦਰ ਸੁਣ ਪ੍ਰਾਪਤ ਕਰਨੀ ਆ। ਉਹਦੇ ਅੰਦਰ ਸੁਣ ਦਾ ਮਤਲਬ ਜਦੋਂ ਮਨ ਕਿਰਿਆ ਹੋ ਜਾਂਦਾ, ਕਿਰਿਆ ਤੋਂ ਰਹਿਤ ਹੋ ਜਾਂਦਾ, ਔਰ ਜਦੋਂ ਅੰਦਰ ਸੁਣ ਪੈਦਾ ਹੋ ਗਈ ਫਿਰ ਬਾਹਰ ਵੀ ਸੁਣ ਹੈਗੀ, ਕਿਉਂਕਿ ਬਾਹਰ ਦੋ ਸੁਣਨਾ ਰਲਣੀਆਂ ਨੇ। ਜਦੋਂ ਦੋਨੋਂ ਸੁਣਨਾ ਰਲ ਜਾਂਦੀਆਂ ਤਾਂ ਫਿਰ ਸੁਣਨ ਸੁਣਨੀ ਹੋ ਜਾਂਦੀ। ਬਿਲਕੁਲ ਕੁਝ ਸੁਣਨ ਸੁਣਨੀ ਹੈ ਤੇ ਫਿਰ ਤੇਰੀ ਭਵਨ ਤਿੰਨਾਂ ਭਵਨਾਂ 'ਚ ਵੀ ਸੁਣ, ਚਾਹੇ ਧਰਤ ਆ, ਪਤਾਲ ਆ, ਚਾਹੇ ਆਕਾਸ਼ ਹੈ। ਬਿਲਕੁਲ ਉੱਥੇ ਸੁਣਨੀ ਹੈ, ਸੁਣਨੀ ਇੱਕ ਹੀ ਸੁਣ ਹੋਣੀ ਆ। ਪਹਿਲਾਂ ਅੰਤਰ ਸੁਣ, ਬਾਣੀ 'ਚ ਪਹਿਲਾਂ ਕਹਿੰਦੇ ਆ ਅੰਤਰ ਸੁਣ, ਫਿਰ ਬਾਹਰ ਸੁਣ। ਦੇਖੋ ਉਹ ਟੈਕਨੀਕਲ ਗੱਲ ਕੀਤੀ ਉਹਨਾਂ ਨੇ। ਬਿਲਕੁਲ ਇਹ ਤੇ ਹੁਣੇ ਤੁਹਾਡੀ ਗੱਲ ਸੁਣੀ ਤੇ ਮੇਰੇ ਦਿਮਾਗ 'ਚ ਆਈ ਆ। ਪਹਿਲਾਂ ਕਹਿੰਦੇ ਅੰਤਰ ਸੁਣ, ਪਹਿਲਾਂ ਤੇਰੇ ਅੰਦਰ ਸੁਣ ਪੈਦਾ ਹੋਊਗੀ। ਅੰਦਰ ਸੁਣ ਹੋਣ ਦਾ ਮਤਲਬ ਵਿਚਾਰ ਸ਼ਾਂਤ ਹੋ ਜਾਣਾ, ਕੋਈ ਸੁਣ ਵੱਖਰੀ ਨਹੀਂ ਹੈਗੀ, ਉਸੇ ਨੂੰ ਸੁਣ ਕਿਹਾ। ਫਿਰ ਬਾਹਰ ਸੁਣ, ਤੇਰੇ ਅੰਦਰ ਜਿਹੜੇ ਤੇਰੇ ਅੰਦਰ ਰੌਲਾ ਪੈਂਦਾ ਸੀ, ਹੁਣ ਅੰਦਰ ਸ਼ਾਂਤ ਹੋ ਗਿਆ ਤੇ ਬਾਹਰ ਵੀ ਸੁਣ ਹੋ ਜਾਣੀ, ਬਾਹਰ ਵੀ ਸ਼ਾਂਤ ਹੋ ਜਾਣਾ। ਬਿਲਕੁਲ ਫਿਰ ਭਾਵੇਂ ਧਰਤ ਪਤਾਲ ਆਕਾਸ਼ ਜਿੱਥੇ ਮਰਜੀ ਜਾਓ, ਉੱਥੇ ਸੁਣ ਹੀ ਸੁਣਿਆ। ਹੁਣ ਕੋਈ ਉੱਥੇ ਹੋਰ ਨਹੀਂ ਹੈਗਾ। ਹਾਂਜੀ ਨਿੱਜਰ ਸਾਹਿਬ, ਇਹ ਸਿੱਧਾ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈਗਾ ਆ ਸਿੱਖਿਆ ਦਿੱਤੀ ਸੀ ਭਾਈ ਪਰਮਾਤਮਾ ਦੇ ਬਾਰੇ। ਠੀਕ ਹੈ। ਇਹ ਅੱਗੇ ਹੁਣ ਕਬੀਰ ਜੀ ਜਿਹੜੇ ਹੈਗੇ, ਕਬੀਰ ਜੀ ਕਹਿੰਦੇ, ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਕਹਿੰਦੇ ਮੈਂ ਚੰਗੀ ਤਰ੍ਹਾਂ ਦੁਨੀਆ ਦੇ ਵਿੱਚ ਸਾਰੇ ਤੀਰਥ ਸਥਾਨ, ਹੋਰ ਜਿਹੜੇ ਸੋ ਕਾਲਡ ਜਿਹੜੇ ਹੈਗੇ, ਹੋਰ ਕੀ ਕਹਿੰਦੇ ਜਿਹੜੇ ਕਰਮ ਕਾਂਡ ਵਗੈਰਾ ਚੰਗੀ ਤਰ੍ਹਾਂ ਪਰਖ ਕੇ ਦੇਖ ਕੇ ਲੱਭ ਕੇ ਚੰਗੀ ਤਰ੍ਹਾਂ ਦੇਖ ਲਿਆ, ਕਿਤੇ ਵੀ ਮਨ ਜਿਹੜਾ ਟਿਕਦਾ ਨਹੀਂ ਹੈ। ਮਨ ਨੂੰ ਟਿਕਣ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਇਹ ਚੀਜ਼ ਮਨ ਨੂੰ ਨਹੀਂ ਟਿਕਾ ਸਕਦੇ, ਇਹ ਸੁਣ ਨਹੀਂ ਲਿਆ ਸਕਦੇ ਆਪਾਂ, ਮਨ ਨਹੀਂ ਸੁਣ ਹੁੰਦਾ। ਇਹ ਜਿਹੜਾ ਹੈਗਾ ਵਿਚਾਰ ਨਹੀਂ ਬੰਦ ਕਰਾ ਸਕਦੇ ਸਾਡੇ। ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਧਿਆਨ ਸਿਮਰਨ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ। ਕਹਿੰਦੇ ਜਿਨ੍ਹਾਂ ਨੇ ਨਹੀਂ ਧਿਆਨ ਸਿਮਰਨ ਵਾਲੀ ਆਹ ਨੁਕਤਾ ਨਹੀਂ ਲਿਆ, ਕਹਿੰਦੇ ਪਤਾ ਨਹੀਂ ਕਿੱਥੇ ਭੁੱਲੇ ਪਏ ਆ ਭਾਈ, ਕੀ ਲੈਣਗੇ ਭਾਈ, ਕੀ ਕਰ ਲੈਣਗੇ ਉਹ, ਮੈਨੂੰ ਨਹੀਂ ਸਮਝ ਆਉਂਦਾ। ਕਬੀਰ ਜੀ ਕਹਿੰਦੇ। ਹਾਂਜੀ ਵੀਰ ਜੀ। ਹੁਣ ਦੇਖੋ
ਧਿਆਨ ਸਿਮਰਨ ਇੱਕ ਵਿਧੀ ਹੈ ਉੱਥੇ ਪਹੁੰਚਣ ਦੇ ਲਈ ਜਿੱਥੇ ਸਾਨੂੰ ਹੋਣਾ ਚਾਹੀਦਾ। ਅਸੀਂ ਆਤਮਾ 'ਚ ਨਹੀਂ ਹੈਗੇ, ਅਸੀਂ ਆਤਮਾ 'ਚ ਹੀ ਹਾਂ, ਪਰ ਇਹਦੇ ਬਾਵਜੂਦ ਵੀ ਆਪਾਂ ਉੱਥੇ ਨਹੀਂ। ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਾਣੀ ਕਹਿੰਦੀ ਹੈ ਮਨ ਮੈਲੇ ਤੇ ਸਭ ਕੁਛ ਮੈਲਾ। ਕੁਛ ਮੈਲਾ, ਜੋ ਮਰਜ਼ੀ ਕਰ ਲਾ ਤਾਂ ਮੈਲਾ ਹੋ ਜਾਊਗਾ। ਬਰਤਨ ਗੰਦਾ ਹੈ, ਹੁਣ ਪਤੀਲਾ ਗੰਦਾ ਹੋਵੇ, ਪਤੀਲੇ 'ਚ ਦੁੱਧ ਪਾਓ ਉਹ ਵੀ ਗੰਦਾ, ਉਹ 'ਚ ਤੁਸੀਂ ਪਾਣੀ ਪਾਓ ਉਹ ਵੀ ਗੰਦਾ, ਹੋਰ ਕੋਈ ਅੰਮ੍ਰਿਤ ਪਾ ਕੇ ਵੇਖੋ ਉਹ ਵੀ ਗੰਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਤੀਲਾ ਗੰਦਾ। ਹਾਂ, ਇਸ ਲਈ ਬਾਣੀ ਕਹਿੰਦੀ ਮਨ ਮੈਲੇ ਤੇ ਸਭ ਕੁਝ ਮੈਲਾ। ਕਹਿੰਦਾ ਜਿੱਥੇ ਪਾਪ ਪੁੰਨ ਜਾਂ ਕੋਈ ਸੇਵਾ ਕੁਛ ਵੀ ਤੂੰ ਪਾਏਗਾ, ਉਹ ਕਹਿੰਦੇ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਕੀ ਹੋਏ ਦੱਸੋ? ਮਾਲਕ ਕਹਿੰਦਾ ਮੈਂ ਅੰਮ੍ਰਿਤ ਕਿੱਥੇ ਪਾਵਾਂ ਦੱਸ। ਤੇਰਾ ਪਹਿਲੀ ਚੀਜ਼ ਤਾਂ ਜਿਹੜਾ ਹੈਗਾ ਤੇਰੇ ਅੰਦਰ ਜਿਹੜੀ ਇੰਨੀ ਗੰਦਗੀ ਪਈ ਆ, ਉੱਥੇ ਅੰਮ੍ਰਿਤ ਟਿਕਣਾ ਹੀ ਨਹੀਂ। ਦੂਸਰੀ ਚੀਜ਼ ਜਿਹੜੀ ਆ ਤੇਰੇ ਹੱਥਾਂ ਦੇ ਵਿੱਚ ਜਿਹੜਾ ਹੈ ਤੇਰੀਆਂ ਝਿਰੀਆਂ ਐਸੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਕਿ ਉਹਦੇ ਵਿੱਚੋਂ ਦੀ ਥੱਲੇ ਹੀ ਡਿੱਗ ਪੈਣਾ ਹੈ। ਦਮਾ ਕਿੱਥੇ? ਹਾਂ, ਤੇ ਉਹ ਕਹਿੰਦੇ ਆ ਕਿ ਬਈ ਪਹਿਲਾਂ ਤੇ ਤੈਨੂੰ ਕੁਛ ਕਰਨਾ ਪਊ। ਬਾਣੀ ਕਹਿੰਦੀ ਇਹ ਮਨ ਆਰਤੀ ਕੋਈ ਵਿਰਲਾ ਦੇਖੇ। ਬਿਲਕੁਲ ਬਿਲਕੁਲ ਇਹੀ ਸੇਮ ਤੁਕ ਹੈਗੀ। ਇਹ ਮਨ ਆਰਸੀ ਕੋਈ ਵਿਰਲਾ ਦੇਖੇ। ਆਰਸੀ ਦਾ ਮਤਲਬ ਹੁੰਦਾ ਸ਼ੀਸ਼ਾ। ਬਿਲਕੁਲ। ਉਹ ਕਹਿੰਦੇ ਤੂੰ ਆਰਸੀ ਰੂਪੀ ਜਿਹੜਾ ਤੇਰਾ ਮਨ ਆ, ਤੇਰੇ ਅੰਦਰ ਸ਼ੀਸ਼ਾ ਹੈ, ਤੂੰ ਕਦੇ ਵੇਖਿਆ ਕੀ ਚੱਲਦਾ ਪਿਆ? ਤੇ ਧਿਆਨ ਮਾਰਿਆ ਕੋਈ ਵਿਰਲਾ ਵੇਖੇ? ਬਿਲਕੁਲ। ਕਹਿੰਦੇ ਮਨ ਆਰਸੀ ਹੈ ਉਹ ਸ਼ੀਸ਼ਾ। ਬਿਲਕੁਲ ਤੂੰ ਅਸਲੀ ਉਹ ਹੈਗਾ ਆ, ਤੇਰਾ ਮਨ ਦਿਖਾਉਂਦਾ, ਦੇਖ ਅੰਦਰ। ਕੋਈ ਵਿਰਲਾ ਵੇਖੇ। ਵਿਰਲੇ ਦਾ ਮਤਲਬ ਟਾਵਾਂ ਟਾਵਾਂ, ਵਿਰਲਾ ਪਤਾ ਹੀ ਹੈ ਨਾ। ਆਪਾਂ ਨੀ ਕਹਿ ਦਿੰਦੇ ਕਿ ਉਹ ਵੀ ਆਪਣੀ ਕਣਕ ਦੇ ਵਿੱਚ ਵਿਰਲਾ ਚੀਜ਼ ਉਗ ਗਈ ਹੈ, ਬਹੁਤ ਦੂਰ। ਉਹ ਕਹਿੰਦੇ ਕੋਈ ਵਿਰਲਾ ਵੇਖੇ। ਕੋਈ ਦਾ ਮਤਲਬ ਇਹ ਨਹੀਂ, ਕੋਈ ਦਾ ਮਤਲਬ ਕੋਈ ਵਾਹਿਗੁਰੂ ਜੀ ਗੁਰਮੁਖ ਦੇਖੇ। ਇਹ ਮਨਾਰਸੀ ਕੋਈ ਗੁਰਮੁਖ ਦੇਖੇ, ਗੁਰੂ ਦੇ ਰਾਹੀਂ ਕੋਈ ਦੇਖ ਸਕਦਾ ਹੈ। ਹਾਂ, ਠੀਕ ਹੈ ਜੀ। ਹੁਣ ਉਸ ਸ਼ੀਸ਼ੇ ਨੂੰ ਵੇਖਣਾ ਹੀ ਜੀਵਨ ਦਾ ਮੇਨ ਸਾਰ ਹੈ। ਹੁਣ ਦੇਖੋ ਗੁਰੂ ਦੀ ਨੇ ਇੱਕ ਚੀਜ਼ ਆਪ ਸਮਝੋ, ਕਾਫੀ ਕਨਫਿਊਜ਼ਨ ਕਰ ਦਿੱਤੀ ਹੈ ਲੋਕਾਂ ਨੇ। ਗੁਰੂ ਕੋਈ ਇਹ ਨਹੀਂ ਕਿ ਕਿਸੇ ਨੂੰ ਆਪਾਂ ਕਿਹਨੂੰ ਗੁਰੂ ਧਾਰਨ ਕਰ ਲਿਆ ਤੇ ਉਹ ਆਪਾਂ ਗੁਰੂ ਵਾਲੇ ਬਣ ਗਏ, ਏਦਾਂ ਨਹੀਂ ਹੁੰਦਾ। ਵੈਸੇ ਆਮ ਲੋਕ ਏਦਾਂ ਹੀ ਪ੍ਰਚਾਰ ਕਰੀ ਜਾਂਦੇ ਵਿਚਾਰੇ। ਗੁਰੂ ਧਾਰਨ ਬਾਰੇ ਇਹ ਬਹੁਤ ਵੱਡਾ ਭੁਲੇਖਾ ਹੈ। ਦੇਖੋ ਤੁਹਾਨੂੰ ਕੋਈ ਹੁਣ ਇੱਥੇ ਚੀਜ਼ ਨੂੰ ਸਮਝੋ, ਗਿਆਨ ਜਿਹੜਾ ਨਾ ਆਪਾਂ ਨੂੰ ਗਿਆਨ ਮਿਲ ਸਕਦਾ। ਹੁਣ ਸਟੂਡੈਂਟ ਬੈਠੇ, 50 ਸਟੂਡੈਂਟ ਬੈਠੇ ਆ, ਇੱਕ ਟੀਚਰ ਆਇਆ ਤੁਹਾਨੂੰ ਉਹ ਪੜ੍ਹਾ ਕੇ ਗਿਆ। ਕੀ ਸਕੂਲ ਵਿੱਚ ਐਡਮਿਸ਼ਨ ਲੈਣੀ ਕਾਫੀ ਆ, ਡਰੈਸ ਪਾਉਣੀ ਕਾਫੀ ਆ, ਸਕੂਲ ਵਿੱਚ ਜਾਣਾ ਕਾਫੀ ਆ, ਲੈਕਚਰ ਸੁਣਨਾ ਕਾਫੀ ਆ, ਜਾਂ ਸੁਣਾਇਆ ਗਿਆ ਲੈਕਚਰ ਨੂੰ ਆਪਣੇ ਅੰਦਰ ਹਜਮ ਕਰਨਾ ਜ਼ਰੂਰੀ ਹੈ? ਕਿੰਨਾ ਕੁਝ ਨਿਜਾ ਸਾਹਿਬ ਰਲਦਾ ਤੇ ਫਿਰ ਜਾ ਕੇ ਕੁਝ ਲੱਭਦਾ। ਤੇ ਆਖਰ ਤੇ ਪ੍ਰਾਪਤੀ ਕਾਹਦੀ ਹੈ? ਜਦੋਂ ਆਪਾਂ ਗਿਆਨ ਨੂੰ ਰਿਸੀਵ ਕਰਦੇ ਹਾਂ। ਰਿਸੀਵ ਕਰਕੇ ਔਰ ਉਹਨੂੰ ਜਿਹੜਾ ਹੈਗਾ ਆਪਾਂ ਯੂਜ਼ ਕਰਦੇ ਹਾਂ। ਹਾਂ, ਉਸ ਤੋਂ ਬਾਅਦ ਫਿਰ ਉਹ ਮਸ਼ੀਨ ਦੇ ਵਿੱਚੋਂ ਫਿਰ ਉਹਦਾ ਆਊਟਪੁੱਟ ਨਿਕਲਦਾ ਹੈ। ਉਹ ਤੁਹਾਡੇ ਕਰਮ ਨੇ। ਪਰ ਇਹ ਤੇ ਕਹਿ ਦਿੰਦੇ ਨੇ ਕਿ ਬਈ ਤੁਸੀਂ ਗੁਰੂ ਧਾਰ ਲਓ। ਗੁਰੂ ਧਾਰ ਲਿਆ ਕਹਿਣ ਤੋਂ ਭਾਵ ਸਕੂਲੇ ਐਡਮਿਸ਼ਨ ਲੈ ਲਓ। ਇਹ ਐਡਮਿਸ਼ਨ ਲੈਣੀ ਕਾਫੀ ਆ। ਆਪ ਜਸਟ ਦੇਖੋ, ਕਿਤਾਬਾਂ ਲੈ ਲਈਆਂ, ਕਾਪੀਆਂ ਲੈ ਲਈਆਂ, ਪੈਨ ਲੈ ਲਏ ਆ, ਜਾਂਦੇ ਆ ਬੱਚੇ ਪੜ੍ਹਨ, ਡਰੈਸ ਪਾ ਲਈ ਆ, ਐਡਮਿਸ਼ਨ ਲੈ ਲਈ ਆ, ਲੈਕਚਰ ਵੀ ਸੁਣਦਾ, ਸੁਣਿਆ ਲੈਕਚਰ ਯਾਦ ਵੀ ਕਰ ਲਿਆ। ਪਰ ਕਹਿੰਦੇ ਜੇ ਉੱਤੇ ਅਸਰ ਨਹੀਂ ਕੀਤਾ ਤੇ ਕੀ ਉੱਥੇ ਜਾ ਕੇ ਗੱਲ ਮੁੱਕਦੀ ਹੈ? ਨਾ, ਕੋਈ ਵੀ ਗੁਰੂ ਗੋਰਖੀ ਸਾਹਿਬ ਕੋਈ ਵੀ ਜਿਹੜਾ ਹੈਗਾ ਰਿੰਗ ਦੇ ਵਿੱਚ ਜਿਹੜਾ ਜਾ ਕੇ ਨਹੀਂ ਲੜ ਸਕਦਾ। ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਟੈਸਟ ਤਾਂ ਉੱਥੇ ਹੋਣਾ ਹੈ। ਜੀਵਨ ਦੇ ਵਿੱਚ ਟੈਸਟ ਤਾਂ ਉੱਥੇ ਹੋਣਾ ਹੈ। ਗਿਆਨ ਨੇ ਤਾਂ ਉੱਥੇ ਕੰਮ ਆਉਣਾ ਹੈ ਭਾਈ। ਉਹ ਜੇ ਆਪਾਂ ਨੇ ਆਪਣੇ ਅੰਦਰ ਧਾਰਨ ਕੀਤਾ ਹੈ ਤਾਂ ਜਿਹੜੇ ਹੈਗੇ ਆਪਾਂ ਉੱਥੇ ਜਿਹੜੇ ਹੈਗੇ ਆ ਜਿੱਤ ਸਕਾਂਗੇ। ਔਰ ਜਿਹੜਾ ਹੈਗਾ ਮਾਲਕ ਦੀ ਫੇਅਰ ਗੇਮ ਆ,
ਕੋਈ ਗੁਰੂ ਜਿਹੜਾ ਕੋਈ ਬ੍ਰਹਮ ਗਿਆਨੀ ਜਿਹੜਾ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਸਿਰ ਤੇ ਹੱਥ ਰੱਖ ਕੇ ਉਹਨੂੰ ਨਹੀਂ ਲੰਘਾ ਸਕਦਾ ਅੱਗੇ। ਇਹਦੇ ਵਿੱਚ ਰਿੰਗ ਦੇ ਵਿੱਚ ਫਾਈਟ ਆਪਾਂ ਨੂੰ ਹੀ ਕਰਨੀ ਪੈਣੀਗੀ, ਨਹੀਂ ਤਾਂ ਜਿਹੜਾ ਮਾਲਕ ਦਾ ਰੂਲ ਜਿਹੜਾ ਹੈਗਾ ਉਹ ਗਲਤ ਹੋ ਜਾਏਗਾ। ਹਾਂਜੀ ਵੀਰ ਜੀ। ਇੱਥੋਂ ਤੱਕ ਦੇਖੋ ਹੁਣ ਧਰੂ ਭਗਤ ਆ, ਦੇਖ ਲਓ ਹਨਾ, ਧਰੂ ਭਗਤ ਆ। ਉਹ ਦੂਜਾ ਕਿਹੜਾ ਸੀ ਜਿਹਨੂੰ ਨਿੱਜਰ ਸਾਹਿਬ ਉਹ ਨਰਸਿੰਘ ਰੂਪ ਚ ਪ੍ਰਹਲਾਦ ਆ, ਤੇ ਪ੍ਰਹਲਾਦ ਨੇ ਆਪਣੇ ਪਿਓ ਨੂੰ ਕਿਉਂ ਨਹੀਂ ਬ੍ਰਹਮ ਗਿਆਨੀ ਬਣਾਤਾ? ਅਬ ਜਦ ਦੇਖੋ ਸਾਧ ਸੰਗਤ ਜੀ, ਗੱਲਾਂ ਤੇ ਪ੍ਰੈਕਟੀਕਲ ਆ। ਜੇ ਤੁਸੀਂ ਮਾੜੀ ਜਿਹੀ ਬੁੱਧੀ ਰੱਖੋ ਤੇ ਉੱਥੇ ਤੁਸੀਂ ਕੁਐਸਚਨ ਕਰ ਸਕਦੇ ਜੋ। ਬਿਲਕੁਲ। ਉਹ ਬੱਚਿਆਂ ਨੂੰ ਵੀ ਦੇਖ ਲਓ, ਧਰੂ ਨੂੰ, ਪ੍ਰਹਲਾਦ ਨੂੰ, ਗੋਰਖੀ ਸਾਹਿਬ, ਛੋਟੇ ਬੱਚਿਆਂ ਨੂੰ ਵੀ ਭਗਤੀ ਕਰਨੀ ਪਈ ਹੈ। ਭਗਤੀ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਇੰਨੀ ਉਚਾਈ ਤੇ ਆਇਆ ਹੈ। ਹਾਂ, ਬਟ ਇਹ ਹੈ ਕਿ ਉਹਨਾਂ ਨੇ ਪਹਿਲਾਂ ਜਿਹੜੀ ਪੇਂਦ ਲੱਗ ਗਈ, ਮੁੜ ਕੇ ਦੂਜੀ ਪੇਂਦ ਨਹੀਂ ਲੱਗੀ। ਕਿਉਂਕਿ ਪਹਿਲਾਂ ਹੀ ਉਹਦੇ ਗੁਰੂ ਨੇ ਉਹਨੂੰ ਸਮਝਾਤਾ ਸੀ। ਉਹ ਕਹਿੰਦਾ ਮੈਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ, ਜਿਹਨੇ ਮੈਨੂੰ ਗਿਆਨ ਦਿੱਤਾ। ਉਹ ਕਹਿੰਦਾ ਰੱਬ ਨੂੰ ਨਾ ਛੱਡਦੀ, ਵੀ ਉਹ ਛੱਡੇ ਛੋਟੇ ਜਿਹੇ ਕੋਈ ਗੱਲ ਨਹੀਂ। ਠੀਕ ਹੈ ਜੀ। ਇਹੋ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਰੱਬ ਨੂੰ ਅੱਗੇ ਰੱਖਿਆ ਹੈ। ਗੱਲ ਗੱਦੀ ਦੀ ਨਹੀਂ ਆ, ਗੱਲ ਹੈ ਕਿ ਉਹ ਪਰਮਾਤਮਾ ਫਿਰ ਵੇਂਦਾ ਪਿਆ। ਉਹ ਕਹਿੰਦੇ, ਉਹਨਾਂ ਨੇ ਕਹਿਣਾ ਕਿ ਭਈ ਤੂੰ ਇਹ ਤੋਂ ਭੱਜ ਗਿਆ, ਦੇਖਣਾ ਪੈਂਦਾ ਨਿੱਜਰ ਸਾਹਿਬ। ਬਿਲਕੁਲ। ਇੱਥੇ ਫਿਰ ਤੁਸੀਂ ਦੇਖ ਲਓ, ਇੱਕ ਬਨੇ ਤੇ ਸੰਸਾਰ ਖੁਸ਼ ਕਰ ਲਓ, ਇੱਕ ਬਨੇ ਰੱਬ ਖੁਸ਼ ਕਰ ਲਓ। ਕੰਮ ਦੋਨੇ ਨਹੀਂ ਇਕੱਠੇ ਹੋਣੇ। ਇੱਕ ਗੱਲ ਹੈਗੀ ਆ, ਜਿੱਦਾਂ ਰੱਬ ਖੁਸ਼ ਹੋ ਗਿਆ ਨਾ ਤੇ ਸੰਸਾਰ ਆਪੇ ਖੁਸ਼ ਹੋ ਜਾਣਾ। ਸੰਸਾਰ ਵਕਤ ਨਹੀਂ ਹੈਗਾ, ਪਰ ਬੰਦੇ ਨੂੰ ਲੱਗਦਾ ਨਹੀਂ ਏਦਾਂ। ਠੀਕ ਹੈ ਜੀ। ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਜਦੋਂ ਨਿੱਜਰ ਕਿਹੜੀ ਤੁਕ ਫਿਰ ਦੁਬਾਰਾ ਬੋਲਿਓ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਕਹਿੰਦੇ ਸੰਸਾਰ ਮੈਂ ਚੰਗੀ ਤਰ੍ਹਾਂ ਪਰਖ ਕੇ ਦੇਖ ਲਿਆ। ਸੰਸਾਰ ਦੇ ਨਾਲ ਆਕਾਰ ਤੋਂ ਕਰਤਾਰ ਨਹੀਂ ਪਾਇਆ ਜਾ ਸਕਦਾ। ਚੰਗੀ ਤਰ੍ਹਾਂ ਪਰਖ ਕੇ ਦੇਖ ਲਿਆ ਭਾਈ। ਜੇ ਮਾਲਕ ਤੱਕ ਯਾਤਰਾ ਕਰਨੀ, ਆਤਮਾ ਤੱਕ ਯਾਤਰਾ ਕਰਨੀ ਆ, ਤੇ ਪਰਮੇਸ਼ਰ ਦਾ ਨਾਮ, ਧਿਆਨ, ਸਿਮਰਨ, ਮਾਲਕ ਨੂੰ ਯਾਦ ਕਰਨਾ ਪਊਗਾ। ਆਪਣੀ ਆਤਮਾ ਦੇ ਨੇੜੇ, ਆਤਮਾ ਵੱਲ ਨੂੰ ਯਾਤਰਾ ਕਰਨੀ ਪਊਗੀ। ਉਹ ਹੋਣੀ ਆ ਨਾਮ ਦੇ ਦੁਆਰਾ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ। ਕਹਿੰਦੇ ਪਤਾ ਨਹੀਂ ਕਿੱਥੇ ਕਿੱਥੇ ਭੁੱਲੇ ਹੋਏ ਆ ਭਾਈ। ਉਹ ਤਾਂ ਭੁੱਲੇ ਹੋਏ ਆ ਭਾਈ। ਹਾਂਜੀ ਵੀਰ ਜੀ, ਸਹੀ ਹੈ ਜੀ। ਕਿੰਨੇ ਕਹਿੰਦੇ ਜਿਹਨੇ ਭਗਤੀ ਨਹੀਂ ਕੀਤੀ, ਹਾਂ, ਤੇ ਉਹ ਭਗਤੀ ਨੂੰ ਛੱਡ ਕੇ ਤੇ ਜੇ ਕਿਸੇ ਹੋਰ ਤਰੀਕੇ ਕੇ ਕਰਮ ਕਾਂਡ ਦੇ ਰਾਹੀਂ ਜਾਂ ਕੋਈ ਉਲਟਾ ਪੁਲਟਾ ਉਹਦੀ ਸੋਚ ਚੱਲ ਰਹੀ ਹੈ, ਤੇ ਉਹ ਕਹਿੰਦੇ ਉਹ ਭਰਮ ਚ ਭੁੱਲਿਆ ਹੋਇਆ। ਏਦਾਂ ਦਾ ਕੋਈ ਰਸਤਾ ਨਹੀਂ ਜਾਏਗਾ। ਇੱਕ ਬੰਦਾ ਆਪਣੇ ਮਾਰਗ ਤੋਂ ਭਟਕ ਗਿਆ। ਹਾਂ, ਹੁਣ ਤੁਸੀਂ ਦੇਖੋ, ਇੱਥੇ ਭਗਤੀ ਬਾਰੇ ਕਿਸੇ ਨੂੰ ਕਹੀਏ, ਉਹ ਸੁਣਦਾ ਹੀ ਨਹੀਂ। ਬਿਲਕੁਲ। ਉਹਨੂੰ ਪਤਾ ਹੀ ਨਹੀਂ ਭਗਤੀ ਕੀ ਚ ਹੁੰਦੀ ਆ। ਗੁਰਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚਿਆਂ ਆਖ ਵਖਾਣੀ। ਕਿਉਂਕਿ ਜਿੱਥੋਂ ਦਾ ਗਿਆਨ ਲੋਕਾਂ ਨੇ ਦਿੱਤਾ, ਉਹਨਾਂ ਨੇ ਗਿਆਨ ਲੈ ਲਿਆ, ਉਹਨਾਂ ਨੇ ਪੱਕਾ ਮੰਨ ਲਿਆ। ਉਹ ਕਹਿੰਦੇ ਨਹੀਂ ਜੀ, ਫਲਾਣਾ ਫਲਾਣਾ ਕੰਮ ਕੀਤਾ, ਸਾਨੂੰ ਫਲਾਣੀ ਗੱਲ ਕਹੀ। ਆਪ ਜਸਟ ਸੋਚੋ ਕਿ ਢੱਡਰੀਆਂ ਵਾਲਾ ਚੰਗਾ ਭਲਾ ਬਾਬਾ ਵਾ, ਤੇ ਕਾਫੀ ਲੋਕ ਉਹਨੂੰ ਮੰਨਦੇ ਨੇ। ਉਹ ਬੰਦਾ ਇੱਕ ਦਿਨ ਕਹਿਣ ਦਿਆ, ਮੈਂ ਨਿੱਜਰ ਸਾਹਿਬ ਨੂੰ ਉਹਨਾਂ ਦੀ ਰਿਕਾਰਡਿੰਗ ਪਾਈ। ਉਹ ਕਹਿੰਦਾ ਆਪਾਂ ਪਿੱਛੇ ਕੁਟੀਆਂ ਬਣਾਈਆਂ ਸੀ, ਸਮਾਧੀ ਲਾਇਆ ਕਰਾਂਗੇ। ਉਹ ਸਮਾਧੀ ਸਮੂਧੀ ਤੇ ਲੱਗੀ ਨਹੀਂ, ਹੁਣ ਉੱਥੇ ਅੰਬ ਲਾਤੇ ਆ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ। ਉਹ ਦਿਖਾਇਆ, ਉਹਨੇ ਪੂਰੀ ਵੀਡੀਓ ਦਿਖਾਈ ਆ। ਪੂਰਾ ਡੰਡਾ ਜਿਹਾ ਲੈ ਕੇ, ਪੂਰਾ ਬੂਟ ਪਾ ਕੇ ਚੰਗੀ ਤਰ੍ਹਾਂ ਘੁੰਮ ਰਿਹਾ ਆ। ਉਹ ਅੰਬ ਵਧੀਆ ਲੱਗੇ ਹੋਏ ਆ ਸਾਰੇ। ਤੇ ਦੱਸੋ ਮੈਨੂੰ, ਆਪ ਇੱਕ ਬੰਦੇ ਦੀ ਗੱਲ ਛੱਡ ਦਈਏ, ਇੱਕ ਮਾਮੂਲੀ ਬੰਦਾ ਏਦਾਂ ਦੀ ਗੱਲ ਬੋਲਦੇ, ਕੋਈ ਪ੍ਰੋਬਲਮ ਨਹੀਂ ਹੈ। ਇੱਕ ਬੰਦਾ ਜਿਹਨੇ ਪਰਮੇਸ਼ਰ ਦਾ ਦਰਬਾਰ ਨਾਮ ਦਾ ਗੁਰਦੁਆਰਾ ਬਣਾਇਆ, ਔਰ ਉਹ ਕਾਫੀ ਵੱਡਾ ਚੰਗੀ ਭਲੀ ਸੈਲੀਬ੍ਰਿਟੀ ਹੈ, ਉਹ ਬੰਦਾ ਇਹੋ ਜਿਹੀ ਗੱਲ ਕਰ ਰਿਹਾ ਭਗਤੀ ਦੀ। ਕਹਿੰਦਾ ਕਿਹੜੀ ਭਗਤੀ ਭੁਗਤੀ? ਉਹ ਕਹਿੰਦਾ ਗੱਲਾਂ ਹੀ ਗੱਲਾਂ। ਉਹਨੇ ਇਹ ਯੋਗ ਮਤ ਹੈਗਾ, ਏਦਾਂ ਦਾ ਬਾਣੀ ਹੁਣ ਚ ਕੁਛ ਨਹੀਂ ਲਿਖਿਆ। ਬਾਣੀ ਆਪ ਦੱਸੋ, ਆਪਾਂ ਪੜ੍ਹਦੇ ਪਏ, ਬਾਣੀ ਭਗਤੀ ਤੋਂ ਬਿਨਾਂ ਹਿਲਦੀ ਨਹੀਂ ਪਈ। ਨਾ ਭਗਤੀ ਦੀ ਲੋੜ ਕੋਈ ਨਹੀਂ ਹੈ। ਹਾਂ, ਬਿਲਕੁਲ। ਔਰ ਉਸ ਬੰਦੇ ਨੂੰ ਸੁਣਦੇ ਹੀ ਘੱਟੋ ਘੱਟ ਲੱਖ ਬੰਦਾ ਪਹੁੰਚਣ ਦਿਆ। ਔਰ ਮੈਂ ਸੋਚਣ ਦਿਆ, ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋਈ ਜਿਹੜੇ ਉਹਨੂੰ ਸੁਣ ਜਾਂਦੇ। ਉਹ ਬੰਦੇ ਦੀ ਆਪ ਬਾਣੀ ਨਹੀਂ ਪੜ੍ਹਦੇ, ਆਪ ਬਾਣੀ ਪੜ੍ਹੋ, ਬਾਣੀ ਤੇ ਹਿੱਲ ਨਹੀਂ ਦੇਣ ਦੀ, ਤੇ ਉਹ ਬੰਦਾ ਕੋਈ ਲੋੜ ਹੀ ਕੋਈ ਨਹੀਂ। ਉਹਦੀ ਰਿਕਾਰਡਿੰਗ ਬਣਾ ਕੇ ਨੇ ਪਾਈ ਹੈ YouTube ਤੇ। ਕਹਿੰਦਾ ਅੰਬ ਲਾਏ ਅਸੀਂ, ਤੁਸੀਂ ਵੀ ਅੰਬ ਲਾ ਲਓ ਤੇ ਅੰਬ ਖਾਓ। ਤੇ ਨਾਲੇ ਖਿਲਾਉਂਦਾ ਵੀ ਨਹੀਂ ਹੈ ਕਿਸੇ ਨੂੰ। ਗੋਰਖੀ ਸਾਹਿਬ ਕਹਿੰਦਾ ਐਡੇ ਐਡੇ ਵੱਡੇ ਕੁੱਤੇ ਲੱਖੇ ਆ, ਕਹਿੰਦੇ ਸੋਚ ਸਮਝ ਕੇ ਆਇਓ। ਉਹਨੂੰ ਕਹਿ ਕਿ ਉੱਥੇ ਜਾ ਕੇ ਤੂੰ ਜਿਹੜੇ ਕੰਟਰੀਆਂ ਚ ਘੁੰਮਦਾ ਨਾ, ਉੱਥੇ ਦਿਹਾੜੀ ਲਾ ਕੇ ਆ।
ਸ਼ਾਮੀ ਤੇ ਤੈਨੂੰ ਫਿਰ ਪਤਾ ਲੱਗੂ ਅੰਬ ਕਿੱਥੋਂ ਆਉਣੇ ਆ। ਠੀਕ ਹੈ ਜੀ, ਇਹ ਕਹਿਣ ਤੋਂ ਭਾਵ ਹੈ ਸੰਸਾਰ ਤੇ ਨਾ ਦੇਖੋ, ਇੱਕ ਬੰਦਾ ਨਾ ਕਹਿੰਦੇ ਕਿ ਮੇਰੇ ਵਰਗਾ ਗਲਤੀ ਵੀ ਹੋ ਜਾਏ ਨਾ, ਕਿੰਨਾ ਕੁ ਨੁਕਸਾਨ ਕਰ ਲੂੰ, ਕਮ ਸੇ ਕਮ ਆਪਣਾ ਹੀ ਨੁਕਸਾਨ ਕਰੂੰਗਾ। ਪਰ ਕਹਿੰਦੇ ਜੇ ਕੋਈ ਬੰਦਾ ਲੀਡ ਗਲਤ ਕਰਦਾ ਨਾ, ਉਹ ਬਹੁਤ ਲੋਕਾਂ ਦਾ ਜੀਵਨ ਬਰਬਾਦ ਕਰ ਸਕਦਾ, ਕਾਫੀ ਵੱਡਾ ਡੈਮੇਜ ਕਰ ਸਕਦਾ, ਕਿਉਂਕਿ ਲੀਡਰ ਹੈ ਉਹਨੇ ਕਾਫੀ ਲੋਕਾਂ ਨੂੰ ਇਕੱਠਾ ਕਰ ਲਿਆ ਪਿੱਛੇ। ਹੁਣ ਉਹ ਗਲਤ ਰਸਤਾ ਵੀ ਦਿਖਾ ਦੂਗਾ ਤੇ ਲੋਕਾਂ ਵਿਚਾਰਿਆਂ ਨੇ ਇੱਕ ਭੇਡ ਦੇ ਪਿੱਛੇ 2, 2 ਦੇ 4, 4 ਦੇ ਪਿੱਛੇ 8, ਇਸੇ ਤਰ੍ਹਾਂ ਕਈ ਭੇਡਾਂ ਇੱਕ ਵਾਰੀ ਨਹੀਂ, ਉਹ ਪਤਾ ਨਹੀਂ ਕਿੰਨੇ ਲੰਮੇ ਸਮੇਂ ਤੱਕ ਤੁਰੀਆਂ ਜਾਣੀਆਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਔਰ ਉਹ ਭੇਡਾਂ ਨੇ ਗਾਹਾਂ ਕਿੰਨਿਆਂ ਨੂੰ ਹੋਰ ਜਿਹੜਾ ਹੈਗਾ ਲੈ ਜਾਣਾ ਹੈ। ਆਹੋ, ਇੱਥੇ ਆਪਣੇ ਮੈਂ ਤੁਹਾਨੂੰ ਕਿਹਦਾ ਨਾਂ ਨਹੀਂ ਲੈਂਦਾ ਤੇ ਉਹ ਬਸ ਉਹਨਾਂ ਨੂੰ ਇਹੋ ਪ੍ਰਚਾਰ ਕੀਤਾ ਜਾਂਦਾ ਤੁਸੀਂ ਹੋਰ ਭੇਡਾਂ ਇਕੱਠੀਆਂ ਕਰਕੇ ਲਿਆਓ। ਲੋਕੀ ਤੁਰੇ ਜਾਂਦੇ ਨੇ, ਲੋਕੀ ਇਸੇ ਤਰ੍ਹਾਂ ਤੁਹਾਨੂੰ ਇਹਦਾ ਫਲ ਮਿਲੂਗਾ, ਭਲ ਤੈਨੂੰ ਮਾਂ ਦਾ ਸਿਰ ਮਿਲੂਗਾ। ਪਹਿਲੀ ਗੱਲ ਤੇ ਉਹਨੂੰ ਕਹੇ ਕਿ ਮੇਰਾ ਜੀਵਨ ਉੱਚਾ ਹੋਵੇ ਤੇ ਫਿਰ ਮੈਂ ਕਿਸੇ ਨੂੰ ਇੰਟਰੋਡਿਊਸ ਕਰਦਾ, ਪਰ ਏਦਾਂ ਕਹਿੰਦੇ ਨਹੀਂ ਉਹ। ਬਿਲਕੁਲ ਸਹੀ ਗੱਲ। ਕਹਿੰਦੇ ਤੁਹਾਡੀ ਟੈਨਸ਼ਨ ਨਹੀਂ, ਤੁਸੀਂ ਕਿਸ਼ਤੀ 'ਚ ਬੈਠੇ ਹੋ, ਤੁਹਾਡਾ ਬਾਬਾ ਆਪੇ ਲੈ ਜਾਊਗਾ, ਪਤਾ ਨਹੀਂ ਕਿੱਥੇ ਲੈ ਜਾਣਾ ਵਿਚਾਰੇ ਨੇ। ਸੋ ਇਹ ਗੱਲਾਂ ਪਲੀਜ਼ ਵਿਚਾਰ ਕਰਿਆ ਕਰੋ, ਐਵੇਂ ਨਹੀਂ। ਬਾਣੀ ਕਹਿੰਦੇ ਆ ਕਿ ਨਾ ਵਿਚਾਰ ਤੋਂ ਬਿਨਾਂ ਤੂੰ ਭਗਤੀ ਨਹੀਂ ਕਰਨੀ, ਵਿਚਾਰ ਤੋਂ ਬਿਨਾਂ ਤੂੰ ਦਾਨ ਨਹੀਂ ਕਰਨਾ, ਵਿਚਾਰ ਤੋਂ ਬਿਨਾਂ ਤੂੰ ਗਿਆਨ ਵੀ ਪ੍ਰਾਪਤ ਨਹੀਂ ਕਰਨਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਔਰ ਨਾਲੇ ਇੱਕ ਜਿਹੜਾ ਅਸੀਂ ਸਾਡੀ ਬੇਨਤੀ ਹੈਗੀ ਭਾਈ, ਜੇ ਕਿਸੇ ਨੂੰ ਵੀ ਉਚਾਈ ਨਹੀਂ ਆ ਰਹੀ, ਜੇ ਕਿਸੇ ਨੂੰ ਲੱਗਦਾ ਹੈ ਸਹੀ ਰਸਤਾ ਨਹੀਂ ਹੈ, ਕਿਸੇ ਵੀ ਟਾਈਮ ਕੁਇਟ ਕਰ ਸਕਦਾ ਹੈ, ਬਿਲਕੁਲ ਪੂਰਾ। ਹਾਂਜੀ ਵੀ ਹਾਂ, ਇੱਥੇ ਵਿਚਾਰ ਹੈ। ਵਿਚਾਰ ਦੇਖੋ, ਬਾਣੀ ਜਿੱਦਾਂ ਦੀ ਕਹਿ ਰਹੀ ਆ ਉਹ ਗੱਲ ਉਸ ਨੂੰ ਉਸੇ ਰੂਪ 'ਚ ਹੀ ਕਹਿਣਾ ਪਊਗਾ, ਨਹੀਂ ਤਾਂ ਮਜ਼ਾ ਨਹੀਂ ਆਊਗਾ। ਬਾਣੀ 'ਚ ਕਹਿੰਦੇ ਨੇ ਜੈਸੀ ਆਵੇ ਖਸਮ ਕੀ ਬਾਣੀ, ਤੈਸਾ ਕਰਾਂ ਗਿਆਨ ਵੇ ਲਾ ਲਓ। ਹਾਂ, ਤੈਸੜਾ ਦੀ ਆਉਂਦੀ ਹੈ ਨਾ, ਬਿਲਕੁਲ ਤੈਸੜਾ ਕਰੀ ਗਿਆਨ ਵੇ ਲਾ ਲਓ। ਹਾਂਜੀ, ਮੈਂ ਉਸ ਨੂੰ ਮੋਡੀਫਾਈ ਨਹੀਂ ਕਹਿੰਦੇ ਕਰਦਾ, ਜਿੱਦਾਂ ਦੀ ਆ ਰਹੀ ਉਦਾਂ ਹੀ ਆਊਗੀ। ਉਹ ਕਿਸੇ ਨੂੰ ਪਸੰਦ ਹੋਏ, ਉਹ ਬਾਬਰ ਨੂੰ ਜਾਬਰ ਕਹਿੰਦੇ ਨੇ, ਕਹਿ ਦਿੱਤਾ, ਬਿਲਕੁਲ ਗੁੱਸਾ ਆਇਆ। ਹੁਣ ਅਗਲੇ ਨੂੰ ਮਿਰਚਾਂ ਲੱਗਣ, ਇਹ ਠੀਕ ਆ, ਪਰ ਮੈਂ ਕਹਿੰਦਾ ਸੱਚ ਨੂੰ ਤੇ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਮੰਨ ਲਓ ਕੋਈ ਬੰਦਾ ਸੱਚਾ ਵਾ, ਆਪ ਸੱਚ ਨੂੰ ਪੱਛ ਨਹੀਂ ਆ, ਸੱਚ ਨੂੰ ਕਹਿੰਦੇ ਕੋਈ ਪੱਛ ਨਹੀਂ ਹੁੰਦਾ, ਉਹਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਤੁਸੀਂ ਸੱਚ ਨੂੰ ਕਹਿ ਦੋ ਝੂਠਾ ਝੂਠਾ ਝੂਠਾ, ਕੀ ਮੇਰੇ ਕਹਿੰਦਾ ਝੂਠਾ ਹੋ ਜਾਊਗਾ? ਨਹੀਂ, ਸੱਚ ਤੇ ਰਹਿਣਾ ਹੀ ਰਹਿਣਾ। ਤੁਸੀਂ 24 ਕੈਰਟ ਦਾ ਸੋਨਾ ਲੈ ਆਓ, ਸਾਡੇ ਮੈਂ ਆਪਣੇ ਸਾਰਾ ਪਿੰਡ ਲਾ ਦਿੰਦਾ, ਮੈਂ ਸਾਰਾ ਪਿੰਡ ਕਹਿੰਦਾ ਵੀ ਝੂਠ ਹੈ, ਇਹ ਨਕਲੀ ਪਿੱਤਲ ਆ, ਤੇ ਕੀ ਉਹ ਸੱਚੀ ਪਿੱਤਲ ਹੋ ਜਾਂਦਾ? ਤੁਸੀਂ ਮਾਰਕੀਟ 'ਚ ਲੈ ਕੇ ਜੋ ਉਹਦੀ ਕੀਮਤ ਹੈ। ਬਿਲਕੁਲ ਠੀਕ ਹੈ, ਤੁਸੀਂ ਟੈਨਸ਼ਨ ਲਿਆ ਕਰੋ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ, ਅਸੀਂ ਤੇ ਕਹਿੰਦੇ ਕਿ ਸੱਚ ਨੂੰ ਉਜਾਗਰ ਕੀਤਾ ਜਾਵੇ। ਪ੍ਰੋਬਲਮ ਕਿੱਥੇ ਚੱਲ ਰਹੀ ਆ, ਤੇ ਪ੍ਰੋਬਲਮ ਜਿੱਥੇ ਹੈਗੀ ਆ, ਕਬੀਰ ਸਾਹਿਬ ਕਹਿੰਦੇ ਨੇ, ਫਿਰ ਤੁਕ ਨੂੰ ਪੜੋ, ਨਿੱਜਾ ਸਾਹਿਬ ਫਿਰ ਬੋਲੋ ਤੁਕ ਦੇ ਬਾਰੇ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਕਹਿੰਦੇ ਚੰਗੀ ਤਰ੍ਹਾਂ ਪਰਖ ਕੇ ਦੇਖ ਲਏ ਡੇਰੇ ਡੂਰੇ ਸਾਰੇ। ਸਿੱਧੀ ਸਿੰਪਲ ਜੀ ਗੱਲ, ਕਹਿੰਦੇ ਕਿਤੇ ਵੀ ਟਿਕਾਣਾ ਨਹੀਂ ਮਿਲਿਆ ਮੈਨੂੰ ਵੀ ਜਿਹੜਾ ਮੇਰਾ ਮਨ ਜਿਹੜਾ ਸੁਣਨ ਦੇ ਵਿੱਚ ਚਲੇ ਜਾਏ, ਮਨ ਖੜ ਜਾਏ, ਮੇਰੇ ਵਿਚਾਰ ਬੰਦ ਹੋ ਜਾਣ, ਮੈਂ ਅੰਦਰ ਵੜ ਜਾਵਾਂ, ਮੈਂ ਆਤਮ ਦਰਸ਼ਨ ਹੋ ਜੇ, ਮੈਨੂੰ ਮੇਰੇ ਅੰਦਰ ਜਿਹੜੀ ਹੈਗੀ ਆ ਪ੍ਰਾਣ ਸ਼ਕਤੀ ਜਿਹੜੀ ਹੈਗੀ ਉੱਪਰ ਦਸਮ ਦੁਆਰ ਵੱਲ ਪਹੁੰਚ ਜੇ, ਮੈਂ ਜਾ ਕੇ ਜਿਹੜਾ ਸੁਰਤ ਮਤ ਮਨ ਬੁੱਧ ਇਹਨੂੰ ਘੜ ਲਵਾਂ। ਕਹਿੰਦੇ ਤਾਂ ਕਿਤੇ ਮੈਨੂੰ ਮਿਲਿਆ ਨਹੀਂ ਜਗ੍ਹਾ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ। ਕਹਿੰਦੇ ਉਹ ਮਿਲਣਾ ਸੀ ਪਰਮੇਸ਼ਰ ਦੇ ਨਾਮ ਦੇ ਦੁਆਰਾ, ਧਿਆਨ ਦੇ ਦੁਆਰਾ। ਚੇਤਨਾ ਕੀ ਕਹਿੰਦੇ ਆ? ਕਿਸੇ ਨੂੰ ਚੇਤਨਾ ਵੀ ਯਾਦ ਕਰਨਾ, ਚਿੱਤ 'ਚ ਵਸਾਉਣਾ। ਹਾਂਜੀ ਵੀਰ ਜੀ। ਉਹ ਕਹਿੰਦੇ ਕਿ ਮੈਂ ਪੂਰਾ ਸਰਚ ਕੀਤੀ ਹੈ, ਟੈਨਸ਼ਨ ਨਹੀਂ ਲੈਣੀ, ਪਰ ਉਹ ਚੀਜ਼ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਉੱਥੇ ਹੈਗੀ ਨਹੀਂ। ਜਿੱਥੇ ਨਹੀਂ ਹੈਗੀ, ਕੋਈ ਮੂਰਤੀ ਦੀ ਪੂਜਾ ਕਰ ਰਿਹਾ, ਕਿਸੇ ਬਾਬੇ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰੀ ਜਾਂਦਾ, ਕੋਈ ਚੰਦਰਮਾ ਦੀ। ਤੋਂ ਕਹਿਣ ਤੋਂ ਭਾਵ ਹੈ ਇਸੇ ਤਰ੍ਹਾਂ ਇਨਸਾਨ ਜਿਹੜਾ ਲੱਗਿਆ, ਪਰ ਕਿਸੇ ਦੂਜੇ ਦੀ ਪੂਜਾ ਕਰਨ ਦੇ ਨਾਲ ਕਿੱਥੋਂ ਤੁਹਾਨੂੰ ਗਿਆਨ ਮਿਲ? ਅਸਲ ਦੇ ਵਿੱਚ ਅਸੀਂ ਆਪਣੇ ਸੈਂਟਰ ਤੋਂ ਆਊਟ ਹੋ ਗਏ। ਸੈਂਟਰ ਤੋਂ ਆਊਟ ਹੋ ਜਾਣਾ ਮਤਲਬ ਆਤਮਾ ਤੱਤ ਚੋਂ ਅਸੀਂ ਪਰੇ ਹੋ ਗਏ। ਬਿਲਕੁਲ। ਤੁਹਾਡੀ ਲੱਕ ਦੀ ਹੱਡੀ ਨਾ, ਜਿੰਨਾ ਮਣਕਾ ਸੈੱਟ ਆ ਤੇ ਕੋਈ ਪ੍ਰੋਬਲਮ ਨਹੀਂ ਹੈ, ਚੰਗੀ ਭਲੀ ਆ। ਮਾੜਾ ਜਿਹਾ ਮਣਕਾ ਅੱਗੇ ਪਿੱਛੇ ਹੋ ਗਿਆ ਤੇ ਗੇਮ ਹਿੱਲ ਗਈ ਨਾ ਸਾਰੀ। ਬਿਲਕੁਲ। ਇਸੇ ਤਰ੍ਹਾਂ ਜਿਹੜਾ ਸਾਡੀ ਸੁਰਤ ਆ, ਸਾਡੀ ਆਤਮਾ ਚ ਬਾਹਰ ਆ ਗਈ, ਉਹ ਪ੍ਰੋਬਲਮ ਹੋ ਰਹੀ ਹੈ। ਹੁਣ ਜਦੋਂ ਬਾਹਰ ਆ ਗਈ ਹੈ ਤੇ ਬਾਹਰ ਤੇ ਸੰਸਾਰ ਹੈਗਾ, ਪਦਾਰਥਾਂ ਦੇ ਪਿੱਛੇ ਭੱਜੇ ਫਿਰਦੇ ਆ। ਮੈਂ ਇਹ ਵੇਖ ਕੇ ਹੈਰਾਨ ਹੁੰਦਾ ਕਿ ਕਿੰਨੀ ਦੁਨੀਆ ਵਿਚਾਰੀ, ਉਹਨਾਂ ਨੂੰ ਪਤਾ ਹੀ ਨਹੀਂ ਸਾਡਾ ਮਨ ਬਿਮਾਰ ਆ ਵਿਚਾਰਾਂ ਦੇ ਨਾਲ, ਔਰ ਉਹ ਵਿਚਾਰੇ ਉਹ ਪਰਛਾਵਿਆਂ ਨੂੰ ਫੜਦੇ ਫਿਰਦੇ ਸਾਰਾ ਜੀਵਨ ਲੰਘ ਜਾਂਦਾ।
ਔਰ ਆਖਰ ਤੇ ਫਿਰ ਬੰਦਾ ਵੇਂਦਾ ਵੀ ਲੱਭਿਆ ਕੀ, ਲੱਭੇ ਤੇ ਕੁਝ ਵੀ ਨਹੀਂ। ਇਸ ਦੀ ਮਨ ਦੀ ਸੰਤੁਸ਼ਟੀ ਕਿਉਂ ਨਹੀਂ ਆਈ? ਤੁਸੀਂ ਬਿਲ ਗ੍ਰੇਟ ਕੋ ਜਾ ਕੇ ਪੁੱਛੋ, ਐਲਨ ਮਾਰਕਸ ਪਤਾ ਨਹੀਂ ਕੀ ਨਾ ਉਹਦਾ, ਉਹਨੂੰ ਪੁੱਛੋ ਜਾ ਕੇ, ਹੋਰ ਪਤਾ ਨਹੀਂ ਕਿੰਨੇ ਹੈਗੇ, ਉਹਨਾਂ ਕੋਲ ਤੁਹਾਡੇ ਮਨ ਦੀ ਸੰਤੁਸ਼ਟੀ ਹੋ ਗਈ ਆ? ਕਹਿੰਦੇ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਜਿਹੜੀ ਚੀਜ਼ ਦੇ ਨਾਲ ਆਪਾਂ ਆਪਣੇ ਆਪ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਨਾਲ ਸਾਡਾ ਢਿੱਡ ਭਰਨਾ ਹੀ ਨਹੀਂ ਹੈ। ਸਾਡਾ ਢਿੱਡ ਉਦੋਂ ਭਰੂਗਾ ਜਦੋਂ ਸੁਰਤੀ ਆਤਮਾ ਚ ਗਈ, ਫਿਰ ਬੰਦਾ ਤ੍ਰਿਪਤ ਹੋ ਜਾਂਦਾ। ਫਿਰ ਵੇਖੋ ਸੰਤਾਂ ਦਾ ਜੀਵਨ, ਉਹਨਾਂ ਕੋਲ ਕੁਛ ਵੀ ਨਹੀਂ ਹੈਗਾ ਸੀ, ਬਿਲਕੁਲ ਆਮ ਸਿੰਪਲ ਜੀਵਨ। ਫਿਰ ਆਪਣੇ ਉਸ ਜੀਵਨ ਦੇ ਵਿੱਚ ਸੰਤੁਸ਼ਟੀ ਹੋ ਗਈ, ਮਨ ਪੂਰਾ ਤ੍ਰਿਪਤ ਹੋ ਗਿਆ, ਕਿਉਂਕਿ ਮਨ ਦੀ ਤੇ ਸਾਰੀ ਭੁੱਖ ਆ। ਔਰ ਜਦੋਂ ਮਨ ਆਤਮਾ ਤੱਤ 'ਚ ਚੱਲ ਜਾਂਦਾ ਹੈ ਤੇ ਫਿਰ ਸੰਤੁਸ਼ਟ ਹੋ ਜਾਂਦਾ। ਹਾਂਜੀ ਨਿਜੋ ਸਾਹਿਬ ਅੱਗੇ ਚੱਲੀਏ। ਅੱਗੇ ਕਬੀਰ ਜੀ ਕਹਿੰਦੇ, ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੈ ਨਿਰਵਾਹ, ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾਹ। ਕਹਿੰਦੇ ਦੋ ਚੀਜ਼ਾਂ ਹੈਗੀਆਂ ਤੇਰੇ ਕੋਲ, ਦੇਖ ਲਾ ਪਿਆਰਿਆ, ਇਹ ਸੰਗਤ ਜਿਹੀ ਜੀ ਸੰਗਤ ਕਰੇਗਾ ਉਹੀ ਜੀ ਰੰਗਤ ਆਊਗੀ। ਬਸ ਉਹੀ ਜੀ, ਜਿੱਥੇ ਤੂੰ ਜਾਏਗਾ, ਜਿੱਥੇ ਟਾਈਮ ਸਪੈਂਡ ਕਰੇਗਾ, ਉਹ ਚੀਜ਼ ਤੇਰੇ ਅੰਦਰ ਉਹਦਾ ਪ੍ਰਭਾਵ ਹੋਣਾ ਹੈ। ਇਸ ਕਰਕੇ ਸਾਧ ਦੀ ਸੰਗਤ ਕਰ, ਸਾਧ ਸੰਗਤ ਕਰ। ਸਾਧ ਸੰਗਤ ਕੀ ਹੈ? ਜਿੱਥੇ ਸਾਧ ਹੈ, ਜਿੱਥੇ ਬ੍ਰਹਮ ਗਿਆਨੀ ਹੈਗੇ, ਜਿੱਥੇ ਬ੍ਰਹਮ ਗਿਆਨ ਹੈਗਾ, ਜਿੱਥੇ ਸੱਚ ਹੈਗਾ, ਉਹਦੀ ਸੰਗਤ ਕਰ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ। ਦੇਖ ਲਾ ਆਖਰੀ ਤੱਕ ਤੇਰਾ ਨਿਰਵਾਹ ਕਰੇਗੀ, ਤੈਨੂੰ ਜਿਹੜਾ ਹੈਗਾ ਇਹ ਗੇਮ 'ਚੋਂ ਜਿਹੜਾ ਹੈਗਾ ਜਿਤਾ ਦੇਗੀ। ਤੇ ਸਾਕਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ। ਕਹਿੰਦੇ ਸਾਕਤ ਜਿਹੜਾ ਰੱਬ ਤੋਂ ਟੁੱਟਾ ਹੋਇਆ ਬੰਦਾ, ਜਿਹਦੀ ਜਿਹੜੀ ਹੈਗੀ ਆਤਮਾ ਵੱਲ ਨੂੰ ਜਿਹਨੂੰ ਇੰਟਰਸਟ ਹੀ ਨਹੀਂ ਆ, ਜਿਹਦਾ ਵਿਸ਼ਵਾਸ ਹੀ ਨਹੀਂ ਆ, ਉਹਨਾਂ ਦੀ ਸੰਗਤ ਨਾ ਕਰੀ, ਉਹਦੇ ਨਾਲ ਤੇਰਾ ਵਿਨਾਸ਼ ਹੋ ਜਾਏਗਾ, ਤੇਰੀ ਆਤਮਿਕ ਮੌਤ ਹੋ ਜਾਏਗੀ। ਆਤਮਿਕ ਮੌਤ ਕੀ ਹੁੰਦੀ ਆ? ਤੂੰ ਜਿਹੜਾ ਹੈਗਾ ਬਗੈਰ ਆਪਣੀ ਆਤਮਾ ਨੂੰ ਲੱਭੇ, ਤੂੰ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਤੇਰੀ ਇਹ ਵੇਸਟ ਹੋ ਜਾਏਗੀ। ਹਾਂਜੀ ਗੁਰੂ ਸਾਹਿਬ। ਸਾਧ ਸੰਗਤ ਜੀ ਕਾਫੀ ਗੱਲ ਵੱਡੀ ਹੋ ਗਈ ਹੈ, ਪਲੀਜ਼ ਅਟੈਂਸ਼ਨ ਦਿਓ। ਕਹਿੰਦੇ ਆ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ। ਕਹਿੰਦੇ ਆ ਉਹ ਸੰਗਤ ਕਰਨੀ ਆ ਜਿਹੜੀ ਤੇਰੀ ਅੰਤ ਵੇਲੇ ਤੇਰੀ ਨਿਰਵਾਹ ਹੋਵੇ, ਤੇਰੇ ਨਾਲ ਨਿਭੇ। ਤੇ ਜੇ ਕੋਈ ਨਕਲੀ ਪਖੰਡੀ ਬਾਬਾ ਬੈਠਾ ਹੈ, ਬੇਸ਼ੱਕ ਉਹ ਰੱਬ ਦੀਆਂ ਗੱਲਾਂ ਕਰਦਾ, ਤੂੰ ਉਹਦੀ ਸੰਗਤ ਕਰੇਂਗਾ, ਉਹ ਨਿਰਵਾਹ ਨਹੀਂ ਜੋ ਹੋਣਾ। ਬਿਲਕੁਲ ਸਹੀ ਗੱਲ ਹੈ। ਉਹ ਟੁੱਟਿਆ ਜੋ ਕੱਲਾ ਹੀ ਉੱਡਿਆ ਫਿਰਦਾ, ਉਹ परमात्मा नहीं हैगा और को, वो केवल किताबी कीड़ा तोता है, और को ज्ञान नहीं। इस करके कहते ब्रह्म ज्ञानी की संगत करो। ब्रह्म ज्ञानी किथे हैगे ने? ये गुरु ग्रंथ साहब जी दे विच ब्रह्म ज्ञानी, उन्हां दी गल्लां सुनो। जे उन्हां दे बचन नूं आपां मनदे हां ते फिर साडे अंदर परख भी होनी चाहिए। ਤੁਹਾਨੂੰ पता लग जाना है किहड़ा बंदा सही ते किहड़ा गलत है। अखा बंद करके चलण दा तो मतलब ही कोई नहीं। बाणी किते नहीं कहंदी तुक्का बंद करके चल, ना विश्वास वास्ते जगह ही नहीं हैगी ਨਾ, ਬਿਲਕੁਲ ਨਹੀਂ ਹੈ। ਬਾਣੀ ਤਾਂ ਕਹਿੰਦੀ ਭਈ ਤੂੰ ਜਿਹੜਾ ਵਿਵੇਕ ਬੁੱਧੀ ਲੈ, ਬੁੱਧੀ ਦੇ ਨਾਲ ਕੰਮ ਕਰ, ਜੋ ਵੀ ਚੀਜ਼ ਕਰਨਾ ਹੈ ਦੁਨੀਆ ਦੇ ਵਿੱਚ ਪਰਖ ਲੈ ਚੰਗੀ ਤਰ੍ਹਾਂ। ਹਾਂਜੀ ਵੀਰ ਜੀ। ਤੇ ਫਿਰ ਕਹਿੰਦੇ ਕਿ ਜੇ ਤੂੰ ਗਲਤ ਤਰੀਕੇ ਨਾਲ ਚੱਲੇਗਾ, ਬੇਸ਼ੱਕ ਹੁਣ ਵੇਖੋ ਇੱਕ ਚੀਜ਼ ਨੂੰ ਸਮਝੋ, ਮੈਂ ਕਈ ਵਾਰੀ ਇਹ ਗੱਲ ਕਹੀ ਆ, ਮੈਂ ਜਾਣਾ ਦਿੱਲੀ, ਮੈਂ ਜ਼ਰੂਰ ਜਾਣਾ ਚਾਹੁੰਦਾ, ਦਿੱਲੀ ਜਾਣਾ ਚਾਹੁੰਦਾ, ਪਰ ਮੈਂ ਬੱਸ ਬੈਠਾ ਜਿਹੜੀ ਪੱਟੀ ਜਾਣੀ ਆ ਜਾਂ ਕਿਸੇ ਹੋਰ ਸਿਟੀ 'ਚ ਜਾਣੀ ਆ, ਮੈਂ ਚਾਹੁੰਦਾ ਤੇ ਹੈਗਾ ਦਿੱਲੀ ਜਾਣਾ, ਕੀ ਮੈਂ ਦਿੱਲੀ ਪਹੁੰਚ ਜਾਵਾਂਗਾ? ਨਾ, ਉਹ ਜਿੱਥੇ ਦੀ ਬੱਸ ਹੈਗੀ ਉਹਨੇ ਉੱਥੇ ਮੈਨੂੰ ਲੈ ਕੇ ਜਾਣਾ। ਉਹ ਕਹਿੰਦੇ ਇਹੋ ਗੱਲ ਉਹ ਕਬੀਰ ਜੀ ਕਹਿੰਦੇ ਕਿ ਤੁਸੀਂ ਕਿਤੇ ਗਲਤ ਬੱਸ 'ਚ ਨਾ ਚੜ ਜਾਓ। ਗਲਤ ਬੱਸ ਦਾ ਮਤਲਬ ਕਿਤੇ ਅਧੂਰੇ ਗਿਆਨ ਵਾਲੇ ਬੰਦੇ ਲਾਗੇ ਨਾ ਬਹਿ ਜਿਓ, ਕਿਉਂਕਿ ਉਹਨੇ ਤੁਹਾਨੂੰ ਡੋਬ ਦੇਣਾ। ਉਹ ਤੇ ਖੁਦ ਡੁੱਬਿਆ, ਬਿਲਕੁਲ ਡੁੱਬਿਆ। ਉਹ ਡੁੱਬਿਆ ਕਿ ਨਹੀਂ ਡੁੱਬਿਆ ਉਹਦਾ ਜੀਵਨ ਵੇਖੋ, ਤੁਹਾਨੂੰ ਪਤਾ ਲੱਗੂਗਾ ਉਹ ਬੰਦਾ ਕਿੱਥੇ ਬੈਠਾ। ਤੁਹਾਨੂੰ ਉਹ ਵੱਖਰੀ ਗੱਲ, ਅੱਖਾਂ ਬੰਦ ਕਰਕੇ ਤੁਸੀਂ ਆਪਣੇ ਮਨ ਨੂੰ ਮਾਰ ਦੋ, ਬੁੱਧੀ ਨੂੰ ਉਹ ਇੰਨਾ ਪਾਵਰਫੁਲ ਕਰ ਦੋ ਕਿ ਅੰਧ ਵਿਸ਼ਵਾਸ ਕਰ ਲਏ, ਅੱਖਾਂ ਬੰਦ ਕਰ ਲਏ। ਹੁਣ ਵੀ ਵੇਖੋ ਇੱਥੇ ਕਈ ਬੰਦੇ ਨੇ ਆਪਣੇ ਗਰੁੱਪ 'ਚ ਹੈਗੇ ਨੇ, ਉਹ ਇੱਕ ਮੈਡਮ ਹੈ ਉਹਦਾ ਕਰਦਾ, ਕਹਿੰਦਾ ਉਹ ਜਾਂਦਾ ਕਿਤੇ, ਉਹ ਕਹਿੰਦਾ ਤੁਸੀਂ ਗੁਰੂ ਵਾਲੇ ਨਹੀਂ ਹੈਗੇ, ਤੁਸੀਂ ਡੁੱਬ ਜਾਣਾ। ਹੁਣ ਨਹੀਂ ਪਤਾ ਡੁੱਬਣਾ ਕਿੰਨੇ, ਤੂੰ ਡੁੱਬਣਾ।
ਕਿਉਂਕਿ ਤੂੰ ਇੱਕ ਟੀਚਰ ਨੂੰ ਆਪਣਾ ਜੀਵਨ ਦਾ ਸਭ ਕੁਝ ਸਮਝ ਲਿਆ, ਟੀਚਰ ਤਾਂ ਤੈਨੂੰ ਸਭ ਕੁਝ ਦਿੱਤਾ, ਗੱਲ ਖਤਮ ਹੋ ਗਈ। ਦੇਖੋ ਗੁਰੂ ਦਾ ਮਤਲਬ, ਗੁਰੂ ਇੱਕ ਛੋਟਾ ਮੋਟਾ ਗਾਈਡ ਹੈ। ਉਹ ਤੁਹਾਨੂੰ ਜੇ ਤੁਹਾਡੇ ਮਨ ਦੀ ਕੋਈ ਉਲਝਣ ਆ ਉਹਨੂੰ ਸੁਲਝਾਉਂਦਾ ਹੈ, ਦੱਸਦਾ ਹੈ ਤੁਹਾਨੂੰ ਆਹ ਸਹੀ ਤੇ ਆਹ ਗਲਤ ਆ, ਨਾ ਕਿ ਤੁਹਾਡੇ ਅੰਦਰ ਭਰਮ ਪੈਦਾ ਕਰਦਾ, ਨਾ ਕਿ ਕਹਿੰਦਾ ਕਿ ਇੱਥੇ ਮੈਨੂੰ ਮੱਥਾ ਟੇਕੀ ਜਾਓ। ਦੇਖੋ ਬੰਦੇ ਨੂੰ ਮੱਥਾ ਟੇਕਿਆ ਕੀ ਹੋਊਗਾ? ਜਾਓ ਕਿ ਬ੍ਰਹਮ ਗਿਆਨੀ ਨੂੰ ਮੱਥਾ ਟੇਕੋ, ਜਾਓ ਟੇਕ ਆਓ, ਕੀ ਹੋਊਗਾ? ਕੁਛ ਨਹੀਂ ਹੋਣਾ। ਬ੍ਰਹਮ ਗਿਆਨੀ ਦੇ ਨਾਲ ਸਾਰਾ ਟੱਬਰ ਰਹਿੰਦੇ ਆ, ਉਹ ਕੋਈ ਬ੍ਰਹਮ ਗਿਆਨੀ ਹੋ ਗਿਆ। ਨਿਜੇ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਪੈਰਾਂ ਨੂੰ ਹੱਥ ਲਾਉਣਾ ਤੇ ਮਾਮੂਲੀ ਜੀ ਗੱਲ ਆ, ਉਹਦਾ ਮਾਂ ਪਿਓ ਕੋਈ ਨਹੀਂ ਬ੍ਰਹਮ ਗਿਆਨੀ ਹੋ ਗਿਆ। ਤੁਸੀਂ ਬੱਚੇ ਹੋ, ਤੁਸੀਂ ਏਦਾਂ ਕਿਉਂ ਨਹੀਂ ਸੋਚਦੇ? ਨਹੀਂ ਹੋ ਸਕਦਾ। ਇਹ ਤੇ ਸਿਸਟਮ ਚੇਂਜ ਹੋ ਜੇ। ਪ੍ਰਕਿਰਤੀ ਆਪਣਾ ਸਿਸਟਮ ਨਹੀਂ ਬਦਲਦੀ ਭਾਜੀ, ਉਹ ਤਾਂ ਤੇ ਬੈਠੀ ਹੈ। ਉਹ ਕਹਿੰਦਾ ਜਿਹੜਾ ਕਰੂਗਾ ਉਹ ਪਾਊਗਾ। ਬਿਲਕੁਲ ਸਹੀ ਗੱਲ ਹੈ। ਜਿਹੜਾ ਨਹੀਂ ਕਰੂਗਾ ਨਹੀਂ ਪ੍ਰਾਪਤ ਕਰੂਗਾ। ਹੁਣ ਤੁਹਾਡੇ 3 ਬੱਚੇ ਆ, ਉਹ ਤਿੰਨਾਂ ਜੇ ਪੜ੍ਹਦੇ ਆ ਤੇ ਤਿੰਨੇ ਚੰਗੀਆਂ ਨੌਕਰੀਆਂ ਤੇ ਲੱਗਣਗੇ। ਜੇ ਨਹੀਂ ਪੜ੍ਹਦੇ, ਉਹਨਾਂ 'ਚ 2 ਪੜ੍ਹਦੇ ਆ, 1 ਨਹੀਂ ਪੜ੍ਹਦਾ, ਉਹਨੂੰ ਉਹ ਫੈਸਿਲਿਟੀ ਨਹੀਂ ਮਿਲੂਗੀ ਜਿਹੜੀ ਦੂਜੇ ਦੋਵਾਂ ਨੂੰ ਮਿਲੂਗੀ। ਕਿਉਂਕਿ ਉਹ ਐਜੂਕੇਸ਼ਨ ਦੇ ਲੈਵਲ ਤੇ ਅੱਗੇ ਹੈਗੇ ਨੇ, ਗਿਆਨ ਉਹਨਾਂ ਕੋਲ ਜ਼ਿਆਦਾ। ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਧਿਆਨ ਦਿਓ ਪਲੀਜ਼। ਠੀਕ ਹੈ ਜੀ। ਬਾਣੀ ਦਾ ਮਤਲਬ ਇਹੋ ਹੀ ਹੈ ਕਿ ਸਾਡਾ ਜਿਹੜਾ ਭਰਮ ਹੈ, ਅਗਿਆਨ ਹੈ, ਸਾਨੂੰ ਉੱਥੋਂ ਮੁਕਤ ਕਰਦੀ ਹੈ। ਔਰ ਇਹ ਤੁਕਾਂ ਲਿਖਣ ਦਾ ਕਾਰਨ ਇਹਦੇ ਪਿੱਛੇ ਬਹੁਤ ਵੱਡੇ ਰੀਜ਼ਨ ਨੇ। ਸਾਡੇ ਭਰਮ ਨੂੰ ਕੀ ਹੈ, ਤੁਕ ਪੜ੍ਹ ਕੇ ਤੁਸੀਂ ਮੰਨਦੇ ਜੋ ਕਿ ਸਾਰੇ ਬੰਦੇ ਇਹ ਗੱਲ ਨੂੰ ਮੰਨ ਲੈਣਗੇ? ਨਾ, ਕਿਉਂਕਿ ਬੰਦੇ ਦੇ ਦਿਮਾਗ 'ਚ ਇੱਕ ਸੁਪੀਰੀਅਰ ਕੰਪਲੈਕਸ ਪਾ ਦਿੱਤਾ ਜਾਂਦਾ ਹੈ। ਮੈਂ ਇੱਥੇ ਨਾ, ਮੇਰੀ ਮਾਸੀ ਦਾ ਮੁੰਡਾ ਸੀ ਨਿਜਾ ਸਾਹਿਬ। ਹਾਂਜੀ। ਤੇ ਉਹਦੇ ਪੈਸੇ ਫਸੇ ਕਿਤੇ, ਚਲ ਮੈਂ ਕਰਾ ਕੇ ਉਹਨੂੰ ਉਹਦੇ ਪੈਸੇ, ਚਲੋ ਪਰਮਾਤਮਾ ਲੋ ਬਹਾਨਾ ਬਣੇਗਾ, ਪੈਸੇ ਨਿਕਲ। ਮੈਂ ਫੋਨ ਕਰਾਂ, ਮੇਰਾ ਫੋਨ ਨਾ ਚੁੱਕੇ। ਉਹ ਏਜੰਟਾਂ ਨੇ ਜਦੋਂ ਕਹਿੰਦੇ ਨਾ, ਏਜੰਟਾਂ ਦੇ ਲੱਲੇ ਤੇ ਗੁੜ ਨੂੰ ਮਿੱਠੇ, ਉਹਨਾਂ ਨੇ ਐਨਕਾਂ ਲਾਤੀਆਂ ਨੂੰ ਹਰੀਆਂ, ਉਹਨੂੰ ਸੁੱਕੀ ਘਾਹ ਵੀ ਹਰੀ ਦਿਖਾਈ ਦੇਵੇ। ਉਹ ਪਿਓ ਪੁੱਤ ਨੂੰ ਲੱਭਿਆ ਕੁਛ ਨਹੀਂ। ਪਤਾ ਉਦੋਂ ਲੱਗਾ ਨਿਜਰ ਸਾਹਿਬ ਜਦੋਂ ਜਿੰਨਾ ਚ ਸਾਰੇ ਪੈਸੇ ਉਹਨੇ ਖੋਹ ਨਹੀਂ ਲਏ। ਉਹਨੂੰ ਭੇਜਤਾ ਮੁੜ ਕੇ ਦੁਬਈ, ਉੱਥੇ ਹੋ ਗਿਆ ਬਿਮਾਰ। ਉਹਨੂੰ ਜਿਹੜੇ ਸੁਪਨੇ ਵਿਖਾਏ ਕਿ ਤੂੰ ਇੰਜ ਤੇ ਇੰਜ ਕਰ ਲੈਣਾ, ਉਹ ਮੁੜ ਕੇ ਬਿਮਾਰ ਹੋ ਗਿਆ। ਮੈਂ ਤੂੰ ਇੱਥੇ ਮੁੜਿਆ ਕਿਤੇ ਫਸ ਗਿਆ, ਇੱਥੇ ਤੇ ਦਵਾਈ ਬੜੀ ਮਹਿੰਗੀ ਹੈ ਯਾਰ। 1200 ਗ੍ਰਾਮ ਤੋਂ ਘੱਟ ਦਵਾਈ ਨਹੀਂ ਦਿੰਦੇ, ਮਤਲਬ ਕਿ 15-16 ਹਜ਼ਾਰ ਰੁਪਏ ਇੱਕ ਟਾਈਮ ਦਾ। ਬਿਲਕੁਲ। ਤੇਰੇ ਕੋਲ ਪ੍ਰੋਪਰ ਐਗਰੀਮੈਂਟ ਨਹੀਂ ਹੈਗਾ, ਵੀਜ਼ਾ ਨਹੀਂ ਹੈਗਾ। ਫਿਰ ਉਹਨੂੰ ਵਾਪਸ ਸੱਦਿਆ। ਕਹਿਣ ਤੋਂ ਭਾਵ ਹੈ ਕਿ ਕਈ ਵਾਰੀ ਜਿਹੜਾ ਛਲਾਵਾ ਹੁੰਦਾ ਹੈ, ਭਰਮ ਹੁੰਦਾ ਹੈ, ਬੜਾ ਵੇਖਣ ਨੂੰ ਮਨਮੋਹਣਾ ਲੱਗਦਾ, ਪਰ ਬੰਦਾ ਫਸ ਜਾਂਦਾ ਹੈ। ਜਦੋਂ ਫਸ ਜਾਂਦਾ ਫਿਰ ਤੁਸੀਂ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ। ਕਬੀਰ ਜੀ ਨਾਲ ਫਿਫਰਾ ਤੇ ਕਿਸੇ ਕੋ ਹੁੰਦਾ ਨਹੀਂ ਕਿ ਜਦੋਂ ਮੈਂ ਜਰਜਰਾ ਬੇਰਾ ਵੇਖਿਆ ਤੇ ਮੈਂ ਇੱਕ ਛਾਲ ਮਾਰ ਕੇ ਉਤਰ ਗਿਆ। ਇੱਥੇ ਤੇ ਕਹਿੰਦੇ ਬੇੜੇ ਦੇ ਨਾਲ ਹੀ ਜਾਵਾਂਗੇ, ਅਸੀਂ ਉਤਰਨਾ ਨਹੀਂ ਹੋਣਾ। ਠੀਕ ਹੈ, ਕੋਈ ਗੱਲ ਨਹੀਂ, ਜਾਓ ਭਾਈ, ਤੁਹਾਡੀ ਮਰਜ਼ੀ, ਕੋਈ ਮਜਬੂਰੀ ਥੋੜੀ ਹੈਗੀ ਹੈ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਬਸ ਅੱਜ ਇੱਥੇ ਹੀ ਕਰ ਦਈਏ, ਸਮਾਂ ਹੋ ਗਿਆ। ਠੀਕ ਹੈ ਜੀ, ਅੱਜ ਦੀ ਹੋ ਗਿਆ, ਟਾਈਮ ਹੋ ਗਿਆ ਜੀ। ਅੱਜ ਦੀ ਵਿਚਾਰੇ ਇੱਥੇ ਸਮਾਪਤ। ਹਾਂਜੀ, 2 ਅਰਦਾਸਾਂ ਵੀ ਆਈਆਂ ਸੀ। 2 ਸ਼ੁਕਰੀਆ ਦੀਆਂ ਬੀਬੀਆਂ ਅਰਦਾਸ ਕਰਾਉਂਦੀਆਂ, ਉਹਨਾਂ ਦੀ ਸਿਹਤ ਵਧੀਆ ਹੋ ਗਈ। ਇੱਕ ਮੇਰੇ ਵੱਲੋਂ ਵੀ ਕਰ ਦਿਓ ਗੁਰਕੀ ਸਾਹਿਬ। ਮੇਰੇ ਜਿਹੜੇ ਸਾਡੂ ਹੈਗੇ, ਉਹਨਾਂ ਦੇ ਨਵੇਂ ਆਏ ਆ ਇਸ ਆਪਣੇ ਵੱਲ, ਹੁਣ ਵੀ ਹੈਗੇ ਲਾਈਨ ਦੇ ਵਿੱਚ, ਤੇ ਉਹ ਡਿੱਗ ਪਏ ਸੀਗੇ। ਮਾਲਕ ਨੇ ਬਹੁਤ ਬਚਾ ਕੀਤਾ ਹੈ। ਸ਼ੁਕਰੀਆ ਦੀ ਅਰਦਾਸ ਕਰ ਦਿਓ। ਹਾਂਜੀ ਵੀਰ ਜੀ। ਠੀਕ ਹੈ ਜੀ, ਬੜੀ ਮਿਹਰਬਾਨੀ। ਵੀਰ ਜੀ ਇੱਧਰੋਂ ਕਰਨੀ ਅਰਦਾਸ। ਹਾਂਜੀ ਕਰ ਦਿੰਦੇ। ਹਾਂਜੀ ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ ਕਿ ਤੁਸ਼ੋਤ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਮਾਲਿਕ, ਮੇਰੇ ਪਿਤਾ ਅਰਦਾਸਾਂ ਆਈਆਂ ਨੇ, ਤੰਦਰੁਸਤੀ ਦੇ ਲਈ ਅਰਦਾਸ ਆਈ ਹੈ। ਉਹ ਕਹਿੰਦੇ ਤੰਦਰੁਸਤੀ ਮਿਲੀ ਆ, ਪ੍ਰਮਾਤਮਾ ਨੇ ਮਿਹਰ ਕੀਤੀ ਹੈ। ਸ਼ੁਕਰਾਨਾ ਕਰਦੇ ਨੇ। ਇੱਕ ਅਰਦਾਸ ਮਾਤਾ ਕਰਦੀ ਹੈ, ਕਹਿੰਦੀ ਹੈ ਕਿ ਉਹਨਾਂ ਦੀ ਬੱਚੀ ਦੀ ਬੜੀ ਸਿਹਤ ਪ੍ਰੋਬਲਮ ਚੱਲ ਰਹੀ ਆ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਇੱਕ ਭਰਾ ਮੇਰੇ ਪਿਤਾ ਆਪਣੇ ਭੈਣ ਦੀ ਅਰਦਾਸ ਕਰ ਰਿਹਾ
ਜਿਨ੍ਹਾਂ ਦਾ ਬੱਚੇ ਨੇ ਜਨਮ ਲੈਣਾ ਤੇ ਮੇਰੇ ਪਿਤਾ ਆਪ ਮਿਹਰ ਕਰੋ, ਆਪ ਜਾਣੀ ਜਾਣ ਜੋ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਸਾਗੇ ਕੀ ਅਰਦਾਸ। ਮਿਹਰ ਕਰੋ ਮੇਰੇ ਮਾਲਿਕ ਸਾਡੇ ਤੇ ਮਿਹਰ ਕਰੋ, ਸਾਨੂੰ ਭਰਮ ਤੋਂ ਮੁਕਤ ਕਰੋ, ਸਾਨੂੰ ਆਪਣਾ ਨਾਮਦਨ ਬਖਸ਼ੋ, ਸਾਡਾ ਮਾਰਗ ਦਰਸ਼ਨ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੁਣ ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।